ਕਿਸੇ ਨੂੰ ਵੀ ਮਤਲਬ ਇਸ ਗੱਲ ਦੀ ਕੰਸੋਲ ਨਹੀਂ ਸੀ ਕਿ ਨਵਾਂ ਜਥੇਦਾਰ ਸਾਹਿਬ ਇਹਨਾਂ ਨੇ ਲਾ ਦੇਣਾ ਹੈ। ਸੋ ਆਲ ਆਫ ਅ ਸਡਨ ਇੱਕ ਲਿਫਾਫਾ ਆਉਂਦਾ ਹੈ, ਲਿਫਾਫੇ ਦੇ ਵਿੱਚ ਜਥੇਦਾਰ ਸਾਹਿਬ ਨਿਕਲਦੇ ਆ ਤੇ ਉਹ ਪਰ ਲਿਫਾਫੇ ਦੇ ਵਿੱਚੋਂ ਐਸਾ ਜੰਤਰ ਕੱਢ ਕੇ ਬਿਠਾਤਾ। ਹੁਣ ਉਹ ਫਿਊਚਰ ਦੇ ਵਿੱਚ ਉੱਥੇ ਪੰਜ ਸਿੰਘ ਸਾਹਿਬਾਨਾਂ 'ਚ ਬਹਿ ਕੇ ਕਹੇ ਜੇ ਫੈਸਲੇ ਕਰੇਗਾ ਉਹ ਜੰਤਰ। यानी हरप्रीत सिंह जी उन्होंने बारे मतलब इस तरीके की जी एक गल तुर गई सी भी वो क्योंकि राघव चड्ढा प्रीति चोपड़ा जी हैगी उन्होंने मैरिज विच सैरेमनी च उन्होंने हिस्सा लिया। यह भी एक इशू तो लगता है कि वाकई है इशू कंसीडर किया गया या यह इशू रहा होएगा। अपना जथेदार हरप्रीत सिंह जी ਜਿਹੜੇ ਸੀਗੇ ਤਾਂ ਉਹ ਇਹਨਾਂ ਦੇ ਹੀ ਅਪਾਇੰਟੀ ਤੇ ਉਹਨਾਂ ਨੇ ਵੀ ਆਪਣੀ ਟੈਨਿਓਰ ਦੇ ਵਿੱਚ ਮੋਰ ਔਰ ਲੈਸ ਇਹਨਾਂ ਦੀ ਹੀ ਗੇਮ ਪਲੇ ਕੀਤੀ ਹੈ। ਇਹਦੇ 'ਚ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ। ਇੱਕ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਆਪਦਾ ਟੀਵੀ ਚੈਨਲ ਬਣਾਵੇ ਤੇ ਸਿਗਨਲ ਜਿਹੜਾ ਹੈਗਾ ਗੁਰਬਾਣੀ ਦਾ ਦਰਬਾਰ ਸਾਹਿਬ ਦਾ ਫ੍ਰੀ ਫॉर ਆਲ ਹੋਣਾ ਚਾਹੀਦਾ। ਉਹ ਕਿਸੇ ਇੱਕ ਪਾਰਟਿਕੂਲਰ ਮਤਲਬ ਟੀਵੀ ਚੈਨਲ ਨੂੰ ਜਿਹੜਾ ਅਲਾਟ ਕੀਤਾ ਹੋਇਆ ਐਸਜੀਪੀਸੀ ਨੇ ਬਈ ਉਹ ਉਸ ਨੂੰ ਮਿਸਯੂਜ਼ ਕਰ ਰਹੇ ਆ ਬਿਜ਼ਨਸ ਐਂਡਸ ਦੇ ਲਈ ਔਰ ਹੋਰ ਤਰੀਕੇ ਦੀਆਂ ਉਹ ਖਬਰਾਂ ਸਾਡੇ ਸਾਹਮਣੇ ਆਈਆਂ ਤੇ ਜਥੇਦਾਰ ਦੇ ਉੱਪਰ ਇੰਨਾ ਪ੍ਰੈਸ਼ਰ ਪੈ ਗਿਆ ਕਿ ਉਸ ਨੂੰ ਇਹ ਕਹਿਣਾ ਪੈ ਗਿਆ ਕਿ ਬਈ ਤੁਸੀਂ ਆਪਣਾ ਚੈਨਲ ਬਣਾਓ। ਉਹ ਜਦੋਂ ਇੱਕ ਮਤਲਬ ਕਿਸੇ ਨੂੰ ਫਾਈਨੈਂਸ਼ੀਅਲ ਇੰਪਲੀਕੇਸ਼ਨ ਜਦੋਂ ਵਿੱਚ ਆ ਜਾਂਦੀ ਹੈ ਤੇ ਵੱਡੇ ਜਿਹੜੇ ਹਾਊਸਿਸ ਹੈਗੇ ਕਾਰਪੋਰੇਟ ਹਾਊਸਿਸ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਮਤਲਬ ਉਹਨਾਂ ਨੇ ਬੁਰਕੀ ਖੋਣ ਦੀ ਕੋਸ਼ਿਸ਼ ਕੀਤੀ ਉਹ ਮੈਂ ਸਮਝਦਾ ਕਿ ਉਹਨਾਂ ਨੇ ਫਿਰ ਅੱਗੇ ਬਹਾਨੇ ਲੱਭਣੇ ਸ਼ੁਰੂ ਕਰਤੇ ਕਿ ਵੀ ਹੁਣ ਇਹਨੂੰ ਤੋੜਨਾ ਕਿਵੇਂ ਹੈ। ਇੱਛਾ ਦੇ ਨਾਲ ਪਹਿਲ ਕੀਤੀ ਕਿ ਮੈਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਜਿਹੜੀਆਂ ਸੇਵਾਵਾਂ ਨਿਭਾਉਂਦਾ ਰਹੂੰਗਾ ਤੇ ਇੱਥੇ ਜਿਹੜੇ ਤੁਸੀਂ ਹੋਰ ਨਵੇਂ ਜਥੇਦਾਰ ਪਰਮਾਨੈਂਟ ਨਿਯੁਕਤ ਕਰ ਲਓ। ਇਹ ਝੂਠ ਹੈ, ਝੂਠ ਦੇ ਵਿੱਚ ਕੋਈ ਵਜਨ ਨਹੀਂ ਹੁੰਦਾ ਜਿੰਨਾ ਮਰਜ਼ੀ ਤੁਸੀਂ ਬੋਲੀ ਜਾਓ। ਇਹ ਪਬਲਿਕ ਜਿਹੜੀ ਹੈ ਉਹ ਸਾਰੀ ਸਮਝਦੀ ਹੈ। ਕੋਈ ਬੰਦਾ ਇੱਦਾਂ ਜਥੇਦਾਰ ਦੀ ਜਿਹੜੀ ਅਹੁਦਾ ਉਹ ਨਹੀਂ ਛੱਡਦਾ ਹੁੰਦਾ। ਜੀ ਜੀ ਇਹ ਫੈਕਚੁਅਲ ਗੱਲ ਇਹ ਹੈ ਕਿ ਜਿਸ ਬੰਦੇ ਨੂੰ ਸਿੱਖ ਜਗਤ ਦਾ ਜਥੇਦਾਰ ਥਾਪਿਆ ਗਿਆ ਹੋਵੇ ਭਾਵੇਂ ਇੱਕ ਧਿਰ ਵੱਲੋਂ ਹੀ ਥਾਪਿਆ ਗਿਆ ਹੋਵੇ ਉਹ ਐਡੀ ਛੇਤੀ ਉਸ ਨੂੰ ਨਹੀਂ ਛੱਡਦਾ। ਤੇ ਹੁਣ ਇਹ ਸਟੋਰੀਜ਼ ਜਿੰਨੀਆਂ ਮਰਜ਼ੀ ਬਣਾਈ ਜਾਣ ਇਹ ਕਿਸੇ ਨੂੰ ਹਜਮ ਨਹੀਂ ਹੋਣੀਆਂ। ਆਈ ਐਮ ਫੀਲਿੰਗ ਹੈਲਪਲੈਸ ਕਿ ਅਸੀਂ ਕਾਹਦੇ ਗਾਤਰੇ ਪਾਏ ਅਸੀਂ ਬੈਠੇ ਦੇਖ ਰਹੇ ਹਾਂ ਸਾਨੂੰ ਤਮਾਸ਼ਾ ਬਣਾਇਆ ਜਾ ਰਿਹਾ। ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਉਹ ਇਖਤਿਆਰ ਦਿੱਤਾ ਹੈ ਵਾਟ ਆਰ ਦੇ ਡੂਇੰਗ ਦੇ ਆਰ ਪਲੇਇੰਗ ਵਿਦ ਆਵਰ ਇਮੋਸ਼ਨਸ। ਅਸੀਂ ਗਾਤਰੇ ਐਵੇਂ ਪਾ ਕੇ ਬੈਠੇ ਹਾਂ ਉਹਨਾਂ ਨੇ ਵੀ ਪਾਏ ਹੋਏ ਆ ਜਿਹਨਾਂ ਨੇ ਇਹਨਾਂ ਨੂੰ ਲਾਇਆ ਹੈ ਜਿਨ੍ਹਾਂ ਨੇ ਸਭ ਕੁਝ ਸੁਣਿਆ ਜਿਨ੍ਹਾਂ ਕੋਲ ਉਹਨਾਂ ਨੇ ਰੋਏ ਜਾ ਕੇ ਕਿ ਮੈਨੂੰ ਪਰੇਸ਼ਾਨ ਕਰਦੇ ਆ ਭੂਤ ਇੱਥੇ ਆ ਕੇ। ਮੈਂ ਤੁਹਾਡੇ ਚੈਨਲ ਤੋਂ ਪਬਲਿਕ ਵੱਲੋਂ ਕਹਿ ਰਿਹਾ ਕੇਸਗੜ੍ਹ ਸਾਹਿਬ ਦੀ ਸੰਗਤ ਵੱਲੋਂ ਕਹਿ ਰਿਹਾ ਮੈਂ ਪਰਸਨਲੀ ਕਹਿ ਰਿਹਾ ਜਥੇਦਾਰ ਨੂੰ ਕਿ ਜਥੇਦਾਰ ਸਾਹਿਬ ਬੋਲੋ ਤੁਹਾਡੇ ਬਾਰੇ ਚਰਚਾਵਾਂ ਸੰਗਤ ਵਿੱਚ ਫੈਲ ਰਹੀਆਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਮੈਂ ਕਿ ਇਸ ਚੀਜ਼ ਨੂੰ ਖਤਮ ਕਰੋ ਇਹਦੇ ਤੇ ਬੋਲੋ ਤੁਸੀਂ ਕਿ ਗਲਤ ਹੈ ਇਹ ਗੱਲ। ਕਾਮਨ ਸਿੱਖ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰਦਾ ਕਿ ਐਸਾ ਬੰਦਾ ਉਹਨਾਂ ਨੂੰ ਲੀਡ ਕਰੇ ਜਿਹੜਾ ਇਹੀ ਜਵਾਬ ਨਾ ਦੇ ਪਾ ਰਿਹਾ ਹੋਵੇ। ਇੱਕ ਡੇਰਾਵਾਦ ਹੈ ਨਾ ਜਿਹੜਾ ਡੇਰਾਵਾਦ ਨੇ ਪੂਰੀ ਐਸਜੀਪੀਸੀ ਨੂੰ ਜਕੜ ਲਿਆ ਪੂਰੀ ਤਰੀਕੇ ਦੇ ਨਾਲ। ਐਸਜੀਪੀਸੀ ਹੈਜ਼ ਬੀਨ ਓਵਰਰਨ ਬਾਈ ਦੀ ਡੇਰਾਸ very prominent ਡੇਰਾਸ ਆਫ ਪੰਜਾਬ ਦੇ ਆਰ ਡਿਸਾਈਡਿੰਗ। ਉਹਨਾਂ ਦੇ ਜਿਹੜੇ ਸ਼ਾਗਿਰਦ ਹੈ ਉਹ ਡਿਸਾਈਡ ਕਰ ਰਹੇ ਆ ਕਿ ਇੱਥੇ ਕੌਣ ਮੈਨੇਜਰ ਲੱਗੇਗਾ ਕੌਣ ਜਥੇਦਾਰ ਲੱਗੇਗਾ ਕੌਣ ਸਿੱਖਾਂ ਨੂੰ ਲੀਡ ਕਰੇਗਾ। ਐਂਡ ਮਿਸਟਰ ਧਾਮੀ ਇਜ਼ ਅ ਟੂਲ ਅਮੰਗਸ ਫॉर them ਜਿਸ ਤੋਂ ਮੈਨੂੰ ਬਿਲਕੁਲ ਉਮੀਦ ਨਹੀਂ ਸੀ। ਮੈਂ ਬਹੁਤ ਧਾਮੀ ਸਾਹਿਬ ਨੂੰ ਹਾਈ ਸਪਿਰਿਟ 'ਚ ਦੇਖਦਾ ਸੀ। ਪ੍ਰਧਾਨ ਐਸਜੀਪੀਸੀ ਨੂੰ ਮੈਂ ਕਹਿ ਰਿਹਾ ਤੁਹਾਡੇ ਰਾਹੀਂ ਕਿ ਤੁਸੀਂ ਔਨ ਬਿਹਾਫ ਆਫ ਜਥੇਦਾਰ ਕਹਿ ਦਿਓ ਕਿ ਕੋਈ ਭੂਤ ਪ੍ਰੇਤ ਵਾਲਾ ਸਿਸਟਮ ਨਹੀਂ ਹੈ ਇੱਥੇ ਸਭ ਝੂਠ ਹੈ ਕਿ ਐਸਾ ਇਸ਼ੂ ਨਹੀਂ ਹੈ ਉੱਥੇ ਰਘਵੀਰ ਸਿੰਘ ਦੇ ਨਾਲ ਜਥੇਦਾਰ ਦੇ ਨਾਲ। ਧਾਮੀ ਸਾਹਿਬ ਬੋਲਦੇ ਨੇ ਮੈਨੂੰ ਲੋਕੀ ਆ ਕੇ ਕਹਿੰਦੇ ਆ ਭੂਤਾਂ ਵਾਲੇ ਜਥੇਦਾਰ ਲੱਗ ਗਏ ਤੁਹਾਡੇ। ਕੀ ਜਵਾਬ ਦਾਂਗਾ ਮੈਂ ਉਹਨਾਂ ਨੂੰ? ਗੈਰ ਸਿੱਖਾਂ ਨੂੰ ਵੀ ਪਤਾ ਇਸ ਚੀਜ਼ ਦਾ। ਮੈਂ ਹੱਥ ਜੋੜ ਕੇ ਧਾਮੀ ਸਾਹਿਬ ਨੂੰ ਬੇਨਤੀ ਕਰ ਰਿਹਾ ਤੁਹਾਡੇ ਰਾਹੀਂ ਕਿ ਧਾਮੀ ਸਾਹਿਬ ਜਥੇਦਾਰ ਜੀ ਨਹੀਂ ਬੋਲ ਰਹੇ ਤੁਸੀਂ ਬੋਲ ਪਾਓ ਇਸ ਇਸ਼ੂ ਨੂੰ ਖਤਮ ਕਰ ਦਿਓ ਇੱਥੇ ਇਹ ਭੂਤਾਂ ਪ੍ਰੇਤਾਂ ਵਾਲੇ ਸਿਸਟਮ ਨੂੰ। ਅਕਾਲੀ ਦਲ ਨੇ ਇਹ ਫੈਸਲਾ ਕੀਤਾ ਤੇ ਮੈਂ ਸਮਝਦਾ ਉਹਨਾਂ ਨੇ ਸੈਲਫ ਗੋਲ ਕਰ ਲਿਆ। ਬਹੁਤ ਵੱਡਾ ਡੈਮੇਜ ਉਹਨਾਂ ਦਾ ਇਸ ਇਸ਼ੂ ਦੇ ਉੱਪਰ ਹੋ ਗਿਆ। ਪਰ ਐਸਜੀਪੀਸੀ ਦੀ ਇਲੈਕਸ਼ਨ ਅਜੇ ਹੋਣੀ ਨਹੀਂ ਹੈ ਕਿਉਂਕਿ ਦੇ ਆਰ ਹੈਂਡ ਇਨ ਗਲਵ ਵਿਦ ਦੀ ਪਾਵਰਸ। ਉਹਨਾਂ ਦੇ ਇਸ਼ਾਰੇ ਤੇ ਹੀ ਇਲੈਕਸ਼ਨ ਹੋਣੀ ਹੈ। ਇਲੈਕਸ਼ਨ ਅਜੇ ਨੀਅਰ ਫਿਊਚਰ 'ਚ ਸੰਭਵ ਹੀ ਨਹੀਂ ਹੈ। ਉਹ ਵੀ ਕੌਨਫੀਡੈਂਟ ਹੈਗੇ ਆ ਇਸ ਗੱਲ ਦੇ ਉੱਪਰ ਕਿ ਵੀ ਇਹ ਕੋਈ ਇਲੈਕਸ਼ਨ ਨਹੀਂ ਹੋਣੀ। ਸਾਨੂੰ ਹੀ ਸਰਕਾਰ ਨੇ ਦਿੱਤੇ ਹੋਏ ਆ ਗੁਰਦੁਆਰੇ ਤੇ ਅਸੀਂ ਹੀ ਇਹ ਸਾਰਾ ਪੰਥ ਦਾ ਜਲੂਸ ਕੱਢਣਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅਨਕਟ ਦੇ ਵਿੱਚ ਅਸੀਂ ਹਰ ਵਾਰ ਕਿਸੇ ਨਵੇਂ ਮਸਲੇ ਤੇ ਗੱਲਬਾਤ ਕਰਦੇ ਹਾਂ। ਅੱਜ ਕੱਲ੍ਹ ਜੇ ਗੱਲ ਕਰੀਏ ਪੰਜਾਬ ਦੀ ਔਰ ਜੇ ਕਰੀਏ ਅਕਾਲ ਤਖਤ ਦੀ, ਖਾਸ ਕਰਕੇ ਅੰਮ੍ਰਿਤਸਰ ਅਕਾਲ ਤਖਤ
ਦੇ ਜਥੇਦਾਰ ਬਦਲ ਗਏ ਨੇ। ਨਵੇਂ ਜਥੇਦਾਰ ਲਾਏ ਗਏ ਨੇ। ਜਥੇਦਾਰ ਰਘਬੀਰ ਸਿੰਘ ਲਾਏ ਗਏ ਨੇ। ਪਹਿਲੇ ਐਕਟਿੰਗ ਜਥੇਦਾਰ ਹਰਪ੍ਰੀਤ ਸਿੰਘ ਸੀਗੇ, ਉਹ ਹੁਣ ਜਿਹੜੇ ਹੈ ਲਾਂਬੇ ਹੋ ਗਏ ਨੇ। ਇਹ ਸਾਰਾ ਦਾ ਸਾਰਾ ਜਿਹੜਾ ਵਾਕਿਆ ਹੈ ਇਹ ਚਰਚਾ ਦੇ ਵਿੱਚ ਹੈ ਔਰ ਇਸ 'ਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਫਾਰਮਰ ਐਸਜੀਪੀਸੀ ਮੈਂਬਰ ਅਮਰਿੰਦਰ ਸਿੰਘ ਨੇ, ਨਾਲ ਉਹ ਸਿੱਖ ਚਿੰਤਕ ਵੀ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ। ਕਿੱਥੋਂ ਗੱਲ ਸ਼ੁਰੂ ਕਰਾਂ? ਜਿੱਥੋਂ ਤੱਕ ਗੱਲ ਕਰੀਏ ਚਰਚਾ ਦੇ ਵਿੱਚ ਹੈਗੇ ਆ ਡੈਫੀਨੇਟਲੀ ਜਿਹੜੇ ਪਹਿਲੇ ਸੀਗੇ ਕਾਰਜਕਾਰੀ ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ, ਉਹ ਵੀ ਚਰਚਾ 'ਚ ਨੇ। ਇਸ ਜਿਹੜਾ ਬਦਲਾਅ ਲੈ ਕੇ ਆਇਆ ਗਿਆ, ਇੱਕ ਚੇਂਜ ਓਵਰ ਹੋਇਆ ਜਿਹੜਾ, ਤੇ ਨਵੇਂ ਜਿਹੜੇ ਜਥੇਦਾਰ ਨੇ ਰਘਬੀਰ ਸਿੰਘ, ਉਹਨਾਂ ਦੇ ਬਾਰੇ ਵੀ ਗੱਲਬਾਤ ਜਿਹੜੀ ਹੈ ਤੁਰੀ ਹੋਈ ਹੈ। ਤੁਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਿਹੜਾ ਨਵਾਂ ਇੱਕ ਸ਼ਫਲ ਹੋਇਆ? ਦੇਖੋ, ਜਦੋਂ ਵੀ ਆਪਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸ਼ਫਲ ਹੁੰਦਾ ਹੈ ਤੇ ਚਰਚਾ ਤਾਂ ਬਣਦੀ ਹੈ। ਉਹ ਪੂਰੇ ਸਿੱਖ ਜਗਤ ਦੇ ਵਿੱਚ ਮਤਲਬ ਫੋਕਲ ਪੁਆਇੰਟ ਹੈਗਾ ਤੇ ਸਾਰ ਸਿੱਖ ਦੀ ਉੱਥੇ ਨਿਗਾਹ ਰਹਿੰਦੀ ਹੈ। ਲੇਕਿਨ ਇਹ ਜਿਹੜੀ ਸ਼ਫਲ ਹੋਈ ਹੈ ਇਹ ਮੈਂ ਸਮਝਦਾ ਕਿ ਇੱਕ ਨਾਰਮਲ ਕੋਰਸ ਦੀ ਨਹੀਂ ਹੈ। ਇਹਦੇ ਵਿੱਚ ਅਬਨੋਰਮੈਲਿਟੀਜ਼ ਕਈ ਹੈਗੀਆਂ। ਸਭ ਤੋਂ ਵੱਡੀ ਅਬਨੋਰਮੈਲਿਟੀ ਤਾਂ ਇਹਦੇ ਵਿੱਚ ਇਹ ਹੈਗੀ ਹੈ ਕਿ ਐਮਰਜੈਂਸੀ ਮੀਟਿੰਗ ਬੁਲਾਈ ਗਈ 72 ਆਵਰਸ ਦੇ ਨੋਟਿਸ ਦੇ ਉੱਪਰ, ਜਦੋਂ ਕਿ 20 ਦਿਨ ਪਹਿਲਾਂ ਐਗਜ਼ੈਕਟਿਵ ਦੀ ਮੀਟਿੰਗ ਹੋਈ ਸੀ ਤੇ ਹੋਰ 10-15 ਦਿਨ ਤੱਕ ਦੂਜੀ ਮੀਟਿੰਗ ਹੁੰਦੀ ਹੈ, ਕਿਉਂਕਿ ਹਰ ਮਹੀਨੇ ਦੇ ਵਿੱਚ 30 ਦਿਨਾਂ ਦੇ ਵਿੱਚ ਇੱਕ ਵਾਰੀ ਮੀਟਿੰਗ ਕੰਡਕਟ ਉਹ ਕਰਦੇ ਹੈ ਜੀ। ਤੇ 20 ਦਿਨ ਪਹਿਲਾਂ ਮੀਟਿੰਗ ਹੋ ਕੇ ਹਟੀ ਹੈ ਤੇ 10-15 ਦਿਨ ਦੇ ਵਿੱਚ ਦੂਸਰੀ ਮੀਟਿੰਗ ਹੋਣੀ ਹੈ ਤੇ ਉਸ ਦੇ ਵਿੱਚ ਇੰਨੀ ਕੀ ਐਕਸੀਜੈਂਸੀ ਆ ਗਈ ਕਿ ਉਹਨਾਂ ਨੂੰ ਐਮਰਜੈਂਟ ਮੀਟਿੰਗ ਐਟ ਦੀ ਨੋਟਿਸ ਆਫ 72 ਆਵਰਸ ਦੇ ਕੇ ਬੁਲਾਉਣੀ ਪਈ ਜੀ। ਔਰ ਫਿਰ ਮੀਟਿੰਗ ਜਿਹੜੀ ਬੁਲਾਈ ਗਈ, ਮੀਟਿੰਗ ਬੁਲਾ ਕੇ ਏਜੰਡਾ ਜਿਹੜਾ ਸੀ ਉਹ ਹਿਡਨ ਰੱਖਿਆ ਗਿਆ ਤੇ ਪਬਲਿਕ ਡਿਬੇਟਸ ਦੇ ਵਿੱਚ ਐਸਜੀਪੀਸੀ ਦੇ ਜਿਹੜੇ ਨੁਮਾਇੰਦੇ ਆ ਰਹੇ ਸੀਗੇ ਉਹ ਪਬਲਿਕਲੀ ਕਲੇਮ ਕਰ ਰਹੇ ਸੀ ਕਿ ਜਥੇਦਾਰ ਦਾ ਇਸ਼ੂ ਤਾਂ ਡਿਸਕਸ ਹੀ ਨਹੀਂ ਹੋਣਾ, ਅਸੀਂ ਤਾਂ ਆਪਣਾ ਜਿਹੜਾ ਯੂਨੀਫਾਈਡ ਸਿਵਲ ਕੋਡ ਹੈ ਗਵਰਨਮੈਂਟ ਦੀ ਜਿਹੜੀ ਡਿਬੇਟ ਚੱਲ ਰਹੀ ਹੈ ਪੈਨ ਇੰਡੀਆ, ਪੂਰੇ ਇੰਡੀਆ ਦੇ ਵਿੱਚ ਕਿ ਆਪਣਾ ਯੂਨੀਫਾਈਡ ਸਿਵਲ ਕੋਡ ਲਾਗੂ ਗਵਰਨਮੈਂਟ ਕਰਨ ਦੀ ਸੋਚ ਰਹੀ ਹੈ, ਉਹਦੇ 'ਤੇ ਅਸੀਂ ਕੁਝ ਐਕਸ਼ਨ ਲੈਣਾ। ਤੇ ਉਹਦੇ ਵਿੱਚ ਉਹਨਾਂ ਨੇ ਬੜੇ ਦਮਗੱਜੇ ਵੀ ਮਾਰੇ ਕਿ ਅਸੀਂ ਮੋਰਚਾ ਲਾਵਾਂਗੇ, ਅਸੀਂ ਇਹ ਕਰਾਂਗੇ, ਉਹ ਕਰਾਂਗੇ, ਪਹਿਲਾ ਜਥਾ ਮੈਂ ਲੈ ਕੇ ਚੱਲੂੰਗਾ। ਇਸ ਤਰੀਕੇ ਦੀਆਂ ਗੱਲਾਂ ਜਿਹੜੇ ਮਤਲਬ ਮੈਨੇਜ ਕਰ ਰਹੇ ਆ ਐਸਜੀਪੀਸੀ ਨੂੰ, ਉਹ ਲੋਕ ਟੈਲੀਵਿਜ਼ਨਾਂ 'ਤੇ ਬਹਿ ਕੇ ਰਾਤ ਤੱਕ ਕਰਦੇ ਰਹੇ ਜੀ। ਤੇ ਸਵੇਰੇ ਜਦੋਂ ਮਤਲਬ ਮੀਟਿੰਗ ਹੋਈ ਤੇ ਮੀਟਿੰਗ ਦੇ ਵਿੱਚੋਂ ਲਿਫਾਫਾ ਕੱਢ ਕੇ ਤੇ ਰਘਬੀਰ ਸਿੰਘ ਜੀ ਨੂੰ ਲਾ ਦਿੱਤਾ ਗਿਆ। ਇਹਦੇ ਕਰਕੇ ਜਿਹੜਾ ਮੈਂ ਸਮਝਦਾ ਇੱਕ ਸਨਸਨੀ ਮਚ ਗਈ ਵੀ ਤੁਸੀਂ ਰਾਤ ਤੱਕ ਤਾਂ ਤੁਸੀਂ ਜੇ ਆਪਣਾ ਜਥੇਦਾਰ ਹਰਪ੍ਰੀਤ ਸਿੰਘ ਜੀ ਕਹਿ ਰਹੇ ਆ ਕਿ ਵੀ ਮੈਂ ਛੱਡਣਾ ਚਾਹੁੰਦਾ ਹਾਂ ਐਜ਼ ਪਰ ਮਿਸਟਰ ਧਾਮੀ ਜੀ ਜੀ, ਅਜੇ ਰਘਬੀਰ ਆਪਣਾ ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਖੁਦ ਦਾ ਵਰਸ਼ਨ ਨਹੀਂ ਆਇਆ ਪਬਲਿਕ ਦੇ ਵਿੱਚ, ਮੋਰ ਦੈਨ 24 ਆਵਰਸ ਹੋ ਚੁੱਕੇ ਆ ਤੇ ਉਹਨਾਂ ਦਾ ਵਰਸ਼ਨ ਨਹੀਂ ਆਇਆ। ਪਰ ਆਪਣਾ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਇਹ ਵਰਸ਼ਨ ਦੇਈ ਜਾ ਰਹੇ ਆ ਕਿ ਜੀ ਉਹ ਖੁਦ ਹੀ ਉਹਨਾਂ ਨੇ ਕਿਹਾ ਮੈਨੂੰ ਤੁਸੀਂ ਫਾਰਗ ਕਰ ਦਿਓ। ਤੇ ਜੇ ਉਹਨਾਂ ਨੇ ਖੁਦ ਹੀ ਕਹਿਤਾ ਸੀ ਫਾਰਗ ਕਰ ਦਿਓ ਤੇ ਇੰਨੀ ਐਮਰਜੈਂਸੀ ਕੀ ਆ ਗਈ ਕਿ ਤੁਸੀਂ ਮਤਲਬ ਐਮਰਜੈਂਸੀ ਮੀਟਿੰਗ ਬੁਲਾਈ ਤੇ 10 ਦਿਨ ਵੀ ਤੁਸੀਂ ਵੇਟ ਨਹੀਂ ਕਰ ਪਾਏ ਕਿ ਨਾਰਮਲ ਕੋਰਸ ਦੇ ਵਿੱਚ ਤੁਹਾਡੀ ਮੀਟਿੰਗ ਹੋਣੀ ਹੈ। ਸੋ ਇਹਦੇ ਕਰਕੇ ਸਨਸਨੀ ਮੈਂ ਸਮਝਦਾ ਜ਼ਿਆਦਾ ਫੈਲੀ ਹੈ। ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਨਿਯੁਕਤੀ ਕੀਤੀ ਗਈ ਹੈ ਉਹ ਆਪਣੇ ਆਪ ਦੇ ਵਿੱਚ ਹੀ ਪਹਿਲਾਂ ਹੀ ਉਹਦੇ ਵਿੱਚ ਵੱਡੀ ਮਤਲਬ ਕੰਟਰੋਵਰਸੀ ਹੈਗੀ, ਡਿਸਕ੍ਰਿਪੈਂਸੀਜ਼ ਹੈਗੀਆਂ ਜਿਸ ਤਰੀਕੇ ਦੇ ਨਾਲ ਜਥੇਦਾਰ ਲਾਏ ਜਾਂਦੇ ਹੈ। ਪਰ ਇਸ ਦਫਾ ਤਾਂ ਮਤਲਬ ਉਹਨਾਂ ਨੇ ਦਿੱਲੀ ਕਮੇਟੀ ਨੂੰ ਵੀ ਕੰਸਲਟ ਨਹੀਂ ਕੀਤਾ। ਹਰਿਆਣਾ ਗੁਰਦੁਆਰਾ ਕਮੇਟੀ ਜਿਹੜੀ ਹੈ ਨਵੀਂ ਬਣੀ ਹੈ ਉਹਦੇ ਨਾਲ ਤਾਂ ਉਹਨਾਂ ਨੇ ਕਰਨਾ ਹੀ ਨਹੀਂ ਸੀ ਕਿਉਂਕਿ ਉਹਦੇ ਨਾਲ ਉਹਨਾਂ ਦੇ ਰਿਲੇਸ਼ਨ ਅਜੇ ਠੀਕ ਨਹੀਂ ਹੈ। ਤੇ ਪਟਨਾ ਸਾਹਿਬ ਦੀ ਕਮੇਟੀ ਹੈ, ਹਜੂਰ ਸਾਹਿਬ ਦੀ ਕਮੇਟੀ ਹੈ, ਚੀਫ ਖਾਲਸਾ ਦੀਵਾਨ ਹੈ, ਵੱਡੀਆਂ ਸੰਸਥਾਵਾਂ ਹੈਗੀਆਂ ਸਿੱਖਾਂ ਦੀਆਂ, ਹੋਰ ਕਈ ਆਰਗੇਨਾਈਜੇਸ਼ਨਸ ਹੈਗੀਆਂ ਜਿਹੜੀਆਂ ਵਰਕ ਕਰ ਰਹੀਆਂ। ਕਿਸੇ ਨੂੰ ਵੀ ਮਤਲਬ ਇਸ ਗੱਲ ਦੀ ਕੰਸੋਲ ਨਹੀਂ ਸੀ ਕਿ ਨਵਾਂ ਜਥੇਦਾਰ ਸਾਹਿਬ ਇਹਨਾਂ ਨੇ ਲਾ ਦੇਣਾ ਹੈ। ਸੋ ਆਲ ਆਫ ਅ ਸਡਨ ਇੱਕ ਲਿਫਾਫਾ ਆਂਦਾ ਹੈ, ਲਿਫਾਫੇ ਦੇ ਵਿੱਚ ਜਥੇਦਾਰ ਸਾਹਿਬ ਨਿਕਲਦੇ ਆ ਤੇ ਉਹ ਇਹਦੇ ਕਰਕੇ ਮੈਂ ਸਮਝਦਾ ਕਿ ਵੀ ਜ਼ਿਆਦਾ ਜਿਹੜੀ ਹੈ ਸਨਸਨੀ ਇਸ ਚੀਜ਼ 'ਚ ਮੱਚੀ ਹੋਈ ਹੈ ਜੀ। ਜਿਹੜੇ ਹਰਪ੍ਰੀਤ ਸਿੰਘ ਜੀ ਨੇ, ਗਿਆਨੀ ਹਰਪ੍ਰੀਤ ਸਿੰਘ ਜੀ ਐਕਟਿੰਗ ਜਥੇਦਾਰ ਰਹਿ ਚੁੱਕੇ ਨੇ ਜਿਹੜੇ, ਉਹ ਦਮਦਮਾ ਸਾਹਿਬ ਵਾਪਸ ਜਾ ਰਹੇ ਨੇ, ਉੱਥੇ ਉਹ ਹੋਲਡ ਕਰਨਗੇ ਆਪਣਾ ਸਾਰਾ ਕੰਮ ਕਾਜ ਉੱਥੇ ਦੇਖਣਗੇ। ਇਹ ਵੀ ਇੱਕ ਡਿਫਰੈਂਟ ਤਰੀਕੇ ਦਾ ਐਂਗਲ ਇਸ ਦੇ ਵਿੱਚ ਹੈਗਾ ਕਿ ਤੁਹਾਨੂੰ ਇਹ ਵੀ ਲੱਗਦਾ ਕਿ ਇਟਸ ਯੂਜੂਅਲ ਥਿੰਗ? ਦੇਖੋ, ਜੇ ਆਪਾਂ ਐਥਿਕਸ ਦੀ ਗੱਲ ਕਰੀਏ, ਹਾਇਰਾਰਕੀ ਦੀ ਗੱਲ ਕਰੀਏ ਤਾਂ ਜਿਹੜਾ ਬੰਦਾ ਅਕਾਲ ਤਖਤ ਸਾਹਿਬ 'ਤੇ ਬੈਠ ਕੇ ਮੀਟਿੰਗਸ ਨੂੰ ਚੇਅਰ ਕਰਦਾ ਹੈ ਜੀ, ਉਹ ਹੁਣ ਕਿਵੇਂ ਫਿਊਚਰ ਮੀਟਿੰਗਸ ਦੇ ਵਿੱਚ ਕਿਸੇ ਹੋਰ ਦੀ ਚੇਅਰ ਦੇ ਥੱਲੇ ਬੈਠੇਗਾ? ਇਹ ਵੱਡਾ ਕੁਐਸਚਨ ਮਾਰਕ ਲੱਗਿਆ ਹੋਇਆ ਇਸ ਗੱਲ ਦੇ ਉੱਪਰ। ਤੇ ਪਰ ਇਹਦਾ ਜਿਹੜਾ ਬੈਸਟ ਆਨਸਰ ਮੈਂ ਸਮਝਦਾ ਗਿਆਨੀ ਹਰਪ੍ਰੀਤ ਸਿੰਘ ਜੀ ਹੀ ਦੇ ਸਕਦੇ ਆ ਕਿ ਉਹ ਕੀ ਰੁਖ ਅਪਣਾਉਂਦੇ ਆ, ਕਿਵੇਂ ਦਾ ਉਹਨਾਂ ਦਾ ਰਿਐਕਸ਼ਨ ਆਉਂਦਾ, ਉਸ ਤੋਂ ਬਾਅਦ ਆਪਾਂ ਇਹਦੇ 'ਤੇ ਕੁਝ ਕਰ ਸਕਾਂਗੇ। ਪਰ ਮਤਲਬ
ਐਜ਼ ਅ ਟ੍ਰੈਡੀਸ਼ਨ ਜਿਹੜਾ ਮੈਂ ਸਮਝਦਾ ਕਿ ਬਈ ਇੱਕ ਵਾਰੀ ਜਿਹੜਾ ਬੰਦਾ ਜਥੇਦਾਰ ਰਹਿ ਗਿਆ, ਜਥੇਦਾਰੀ ਭਾਵੇਂ ਐਕਟਿੰਗ ਹੀ ਰਿਹਾ ਹੋਵੇ, ਉਸ ਨੂੰ ਕਿਸੇ ਹੋਰ ਬੰਦੇ ਦੇ ਥੱਲੇ ਬੈਠ ਕੇ ਆਪਣੇ ਵਿਊਜ਼ ਦੇਣੇ, ਉਹ ਬੜੀ ਇੱਕ ਔਖੀ ਜੀ ਗੱਲ ਮੈਂ ਸਮਝਦਾ ਕਿ ਵੀ ਲੱਗਦੀ ਹੈ। ਜਦੋਂ ਤੱਕ ਦੇਖਿਆ ਜਾਏ ਕਾਫੀ ਜ਼ਿਆਦਾ ਗੁੰਝਲਦਾਰ ਰਹਿੰਦਾ ਹੈ। ਪਹਿਲੇ ਵੀ ਹਮੇਸ਼ਾ ਕਿਹਾ ਜਾਂਦਾ ਰਿਹਾ ਕਿ ਜਥੇਦਾਰ ਨੇ ਜਾਂ ਜਿੱਦਾਂ ਵੀ ਇੱਦਾਂ ਦੀ ਗੱਲ ਹੁੰਦੀ ਹੈ ਵੀ ਲਿਫਾਫੇ ਚੋਂ ਨਿਕਲੇ, ਬਾਰ-ਬਾਰ ਗੱਲ ਆਉਂਦੀ ਜ਼ਰੂਰ ਹੈ। ਸਿੱਖ ਜਗਤ ਦੇ ਵਿੱਚ ਅਕਾਲ ਤਖਤ ਦਾ ਇੱਕ ਆਪਣਾ ਜਿਹੜਾ ਹੈਗਾ ਉਹ ਰੁਤਬਾ ਹੈਗਾ, ਔਰ ਅਕਾਲ ਤਖਤ ਤੋਂ ਫੈਸਲੇ ਜਿਹੜੇ ਆ ਕੌਮ ਨੂੰ ਹਮੇਸ਼ਾ ਡਿਲੀਵਰ ਕੀਤੇ ਜਾਂਦੇ ਆ। ਵੱਡੀਆਂ ਚੀਜ਼ਾਂ ਤੇ ਜਿਹੜੇ ਆ ਫੈਸਲੇ ਲਿੱਤੇ ਜਾਂਦੇ, ਖਾਸ ਕਰਕੇ ਸਿੱਖੀ ਨੂੰ ਲੈ ਕੇ ਗੱਲ ਕੀਤੀ ਜਾਏ ਤਾਂ ਅਕਾਲ ਤਖਤ ਦਾ ਜਿਹੜੇ ਬਾਰ-ਬਾਰ ਚੇਂਜਸ ਇਸ ਤਰੀਕੇ ਦੇ ਆਉਂਦੇ ਨੇ ਜਾਂ ਇਸ ਵਾਰ ਦੇ ਚੇਂਜ ਨੂੰ ਲੈ ਕੇ ਤੁਸੀਂ ਇਹਨੂੰ ਕਿਸ ਤਰ੍ਹਾਂ ਬਰੀਫ ਕਰੋਗੇ, ਕਿਵੇਂ ਐਕਸਪਲੇਨ ਕਰੋਗੇ ਇਹਨੂੰ? ਦੇਖੋ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਹੈ ਕਿ ਜਿਹੜੀ ਟੈਂਪੋਰਲ ਸੀਟ ਹੈਗੀ ਹੈ ਸਿੱਖਾਂ ਦੀ, ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਉਹਨਾਂ ਨੇ ਥਾਪੀ ਹੋਈ ਹੈ ਇਹ, ਤੇ ਇਸ ਦੀ ਇੱਕ ਵੱਡੀ ਇੰਪੋਰਟੈਂਸ ਹੈ ਤੇ ਮਤਲਬ ਇਹਦਾ ਕੋਈ ਪੈਰਲਲ ਨਹੀਂ ਹੈ ਸਿੱਖ ਜਗਤ ਦੇ ਵਿੱਚ। ਤੇ ਹਰ ਸਿੱਖ ਜਿਹੜਾ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਹੋਵੇ ਉਹ ਅਕਾਲ ਤਖਤ ਸਾਹਿਬ ਵੱਲ ਆਪਣਾ ਮਤਲਬ ਦੇਖਦਾ ਕਿ ਵੀ ਉੱਥੋਂ ਕੀ ਆਵਾਜ਼ ਆ ਰਹੀ ਹੈ। ਲੇਕਿਨ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਬੜੀ ਡਿਸਟਰਬਿੰਗ ਸਿਚੁਏਸ਼ਨ ਇੱਥੇ ਬਣੀ ਹੋਈ ਹੈ, ਤੇ ਜਿਸ ਤਰੀਕੇ ਦੇ ਨਾਲ ਸਿਚੁਏਸ਼ਨ ਅਨਫੋਲਡ ਹੁੰਦੀ ਹੈ ਸਾਡੇ ਸਾਹਮਣੇ ਹੀ ਹੈ। ਐਟ ਪ੍ਰੈਜ਼ੈਂਟ ਜੇ ਆਪਾਂ ਗੱਲ ਕਰੀਏ ਤੇ ਮੁਤਵਾਜੀ ਜਥੇਦਾਰ ਫਰਸਟ੍ਰੇਸ਼ਨ ਇੰਨੀ ਹੋ ਚੁੱਕੀ ਹੈ ਕਿ ਉਹ ਮਤਲਬ ਪੈਰਲਲ ਜਥੇਦਾਰ ਬਣੇ ਹੋਏ ਹੈਗੇ ਆ ਲੋਕ, ਤੇ ਉਹ ਕਹਿੰਦੇ ਆ ਵੀ ਅਸੀਂ ਨਹੀਂ ਮੰਨਦੇ ਇਹਨਾਂ ਨੂੰ, ਤੇ ਇਹ ਅਸੀਂ ਆਪਣਾ ਜਿਹੜਾ ਹੈਗਾ ਸਰਬੱਤ ਖਾਲਸਾ ਬੁਲਾ ਕੇ ਉਹਨਾਂ ਨੇ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਬਣਾਇਆ ਹੋਇਆ ਹੈ। ਉਸ ਤੋਂ ਪਹਿਲਾਂ ਵੀ ਐਸੀ ਫਰਸਟ੍ਰੇਸ਼ਨਸ ਆਈਆਂ 84 ਦੇ ਵਿੱਚ, ਤੇ ਰਾਦਰ ਬਲੂ ਸਟਾਰ ਤੋਂ ਬਾਅਦ ਜਦੋਂ ਪੈਰਲਲ ਜਥੇਦਾਰ ਬਣੇ। ਇਹ ਮੈਂ ਸਮਝਦਾ ਕਿ ਬਈ ਪ੍ਰੋਬਲਮ ਤਾਂ ਇਹ ਹੈ ਕਿ ਜਦੋਂ ਤੁਸੀਂ ਦੂਸਰਿਆਂ ਨੂੰ ਕੰਸਲਟ ਨਹੀਂ ਕਰੋਗੇ, ਉਹਨਾਂ ਦੀਆਂ ਐਸਪਾਇਰੇਸ਼ਨਸ ਨੂੰ ਨਹੀਂ ਕੰਸੀਡਰ ਕਰੋਗੇ, ਤੇ ਉਹਦਾ ਪਾਵਰ ਦਾ ਮਿਸਯੂਜ਼ ਕਰਕੇ ਆਪਣੇ ਹਿਸਾਬ ਦੇ ਬੰਦੇ ਵੀ ਸਾਡੀ ਬੋਲੀ ਬੋਲਣ, ਜਦੋਂ ਉਹ ਮਾਈਂਡਸੈਟ ਦੇ ਨਾਲ ਅਪਾਇੰਟਮੈਂਟਸ ਹੋਣਗੀਆਂ ਤਾਂ ਨੈਚੁਰਲੀ ਇਹ ਚੀਜ਼ਾਂ ਫੇਸ ਸਾਨੂੰ ਕਰਨੀਆਂ ਪੈਣਗੀਆਂ। ਜੀ ਹਰਪ੍ਰੀਤ ਸਿੰਘ ਜੀ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਬਾਰੇ ਮਤਲਬ ਇਸ ਤਰੀਕੇ ਦੀ ਜਿਹੜੀ ਇੱਕ ਗੱਲ ਤੁਰ ਗਈ ਸੀ ਵੀ ਉਹ ਕਿਉਂਕਿ ਰਾਘਵ ਚੱਡਾ ਔਰ ਪ੍ਰਨੀਤੀ ਚੋਪੜਾ ਜਿਹੜੀ ਹੈਗੀ ਉਹਨਾਂ ਦੀ ਮੈਰਿਜ ਵਿੱਚ ਸੈਰੇਮਨੀ 'ਚ ਉਹਨਾਂ ਨੇ ਹਿੱਸਾ ਲਿਆ, ਉਹ ਇੱਕ ਆਨਰ ਸੀ ਉਹਨਾਂ ਨੂੰ ਜਾਂ ਕਿਸ ਤਰ੍ਹਾਂ ਵੀ ਸੀਗਾ ਉਸ ਚੀਜ਼ ਨੂੰ ਲੈ ਕੇ। ਇਹ ਵੀ ਇੱਕ ਇਸ਼ੂ ਤੁਹਾਨੂੰ ਲੱਗਦਾ ਕਿ ਵਾਕਈ ਇਹ ਇਸ਼ੂ ਕੰਸੀਡਰ ਕੀਤਾ ਗਿਆ ਜਾਂ ਇਹ ਇਸ਼ੂ ਰਿਹਾ ਹੋਏਗਾ ਐਡੀ ਵੱਡੀ, ਕਿਉਂਕਿ ਉਹ ਠੀਕ ਠਾਕ ਆਪਣੇ ਤਰੀਕੇ ਦੇ ਨਾਲ ਕੰਮ ਕਰ ਰਹੇ ਸੀ। ਡੈਫੀਨੇਟਲੀ ਕਈ ਵਾਰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਥੋੜ੍ਹਾ ਜਿਹਾ ਜਿਹੜਾ ਹੈ ਸਟੈਪ ਡਾਊਨ ਕਰ ਜਾਂਦੇ, ਕਈ ਚੀਜ਼ਾਂ ਨੂੰ ਲੈ ਕੇ ਆਪਣੇ ਤਰੀਕੇ ਦੇ ਨਾਲ ਉਹ ਫੈਸਲਾ ਲੈਣ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਉਹ ਉੱਥੋਂ ਜਿਹੜਾ ਹੈਗਾ ਹੁਕਮ ਜਾਰੀ ਕਰਦੇ ਨੇ ਕਈ ਇਸ਼ੂਜ਼ 'ਤੇ। ਕਈ ਵਾਰੀ ਉਹ ਡਿਫਰੈਂਟ ਤਰੀਕੇ ਦੇ ਨਾਲ ਸਿੱਖ ਹਿਸਟੋਰੀਅਨਸ ਚਿੰਤਕ ਜਿਹੜੇ ਨੇ ਡਿਫਰੈਂਟ ਦੇਖ ਰਹੇ ਨੇ, ਜਿਹੜੇ ਉਹਨਾਂ ਵੱਲੋਂ ਨਰੇਟ ਡਿਫਰੈਂਟ ਤਰੀਕੇ ਨਾਲ ਕੀਤਾ ਜਾਂਦਾ ਸੀ, ਡਿਫਰੈਂਟ ਐਂਗਲਸ ਤੋਂ ਦੇਖਿਆ ਜਾਂਦਾ ਸੀ। ਪਰ ਇਸ ਵਾਰ ਜਿਹੜਾ ਸਵਾਲ ਹੋਇਆ ਹੈ ਜਾਂ ਇਸ ਵਾਰ ਜਿਹੜੇ ਇੱਕ ਤਰ੍ਹਾਂ ਦੀ ਗੱਲਬਾਤ ਹੋਈ ਹੈ ਉਹਨਾਂ 'ਤੇ ਇੱਕ ਆਹ ਵੀ ਗੱਲ ਸਾਹਮਣੇ ਆਈ ਹੈ, ਕਿਵੇਂ ਦੇਖਦੇ ਤੁਸੀਂ? ਦੇਖੋ, ਆਪਣਾ ਜਥੇਦਾਰ ਹਰਪ੍ਰੀਤ ਸਿੰਘ ਜੀ ਜਿਹੜੇ ਸੀਗੇ ਤਾਂ ਉਹ ਇਹਨਾਂ ਦੇ ਹੀ ਅਪੁਆਇੰਟੀ, ਤੇ ਉਹਨਾਂ ਨੇ ਵੀ ਆਪਣੀ ਟੈਨਿਓਰ ਦੇ ਵਿੱਚ ਮੋਰ ਔਰ ਲੈਸ ਇਹਨਾਂ ਦੀ ਹੀ ਗੇਮ ਪਲੇ ਕੀਤੀ ਹੈ। ਇਹਦੇ 'ਚ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ। ਲੇਕਿਨ ਇੱਕ ਦੋ ਚੀਜ਼ਾਂ ਐਸੀਆਂ ਕਰ ਗਏ, ਜਿਵੇਂ ਮੰਨ ਲਓ ਇੱਕ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਆਪਦਾ TV ਚੈਨਲ ਬਣਾਵੇ, ਤੇ ਸਿਗਨਲ ਜਿਹੜਾ ਹੈਗਾ ਗੁਰਬਾਣੀ ਦਾ ਦਰਬਾਰ ਸਾਹਿਬ ਦਾ ਫ੍ਰੀ ਫॉर ਆਲ ਹੋਣਾ ਚਾਹੀਦਾ। ਉਹ ਕਿਸੇ ਇੱਕ ਪਰਟੀਕੂਲਰ ਮਤਲਬ TV ਚੈਨਲ ਨੂੰ ਜਿਹੜਾ ਅਲਾਟ ਕੀਤਾ ਹੋਇਆ SGPC ਨੇ, ਬਈ ਉਸ ਨੂੰ ਮਿਸਯੂਜ਼ ਕਰ ਰਹੇ ਆ ਬਿਜ਼ਨਸ ਐਂਡਸ ਦੇ ਲਈ, ਔਰ ਹੋਰ ਤਰੀਕੇ ਦੀਆਂ ਉਹ ਖਬਰਾਂ ਸਾਡੇ ਸਾਹਮਣੇ ਆਈਆਂ ਕਿਵੇਂ ਉਸ ਚੈਨਲ ਦੇ ਵੱਡੇ ਜਿਹੜੇ ਮਤਲਬ ਮੈਨੇਜਰ ਸੀਗੇ ਉਹਨਾਂ ਦੇ ਉੱਪਰ ਮਿਸ ਵਰਲਡ ਪੰਜਾਬੀ ਦੇ ਵਿੱਚ ਲੜਕੀਆਂ ਦੇ ਸ਼ੋਸ਼ਣ ਦੀ ਵੀ ਗੱਲਾਂ ਆਈਆਂ, FIRs ਵੀ ਇਕੱਠੀਆਂ। ਸੋ ਐਸਾ ਮਤਲਬ ਜਦ ਮੋਰਲ ਟਰਪੀਚਿਊਡ ਦਾ ਇਸ਼ੂ ਵਿੱਚ ਆ ਜਾਵੇ ਤੇ ਜਥੇਦਾਰ ਦੇ ਉੱਪਰ ਇੰਨਾ ਪ੍ਰੈਸ਼ਰ ਪੈ ਗਿਆ ਕਿ ਉਸ ਨੂੰ ਇਹ ਕਹਿਣਾ ਪੈ ਗਿਆ ਕਿ ਬਈ ਤੁਸੀਂ ਆਪਣਾ ਚੈਨਲ ਬਣਾਓ। ਉਹ ਜਦੋਂ ਇੱਕ ਮਤਲਬ ਕਿਸੇ ਨੂੰ ਫਾਈਨੈਂਸ਼ੀਅਲ ਇੰਪਲੀਕੇਸ਼ਨ ਜਦੋਂ ਵਿੱਚ ਆ ਜਾਂਦੀ ਹੈ, ਤੇ ਵੱਡੇ ਜਿਹੜੇ ਹਾਊਸਿਸ ਹੈਗੇ ਕਾਰਪੋਰੇਟ ਹਾਊਸਿਸ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਮਤਲਬ ਉਹਨਾਂ ਨੇ ਬੁਰਕੀ ਖੋਹਣ ਦੀ ਕੋਸ਼ਿਸ਼ ਕੀਤੀ, ਉਹ ਮੈਂ ਸਮਝਦਾ ਕਿ ਉਹਨਾਂ ਨੇ ਫਿਰ ਅੱਗੇ ਬਹਾਨੇ ਲੱਭਣੇ ਸ਼ੁਰੂ ਕਰਤੇ ਕਿ ਵੀ ਹੁਣ ਇਹਨੂੰ ਤੋਰਨਾ ਕਿਵੇਂ ਹੈ। ਉਹਦੇ ਵਿੱਚੋਂ ਹੀ ਇਹ ਮੈਂ ਸਮਝਦਾ ਕਿ ਰਾਘਵ ਚੱਡੇ ਦਾ ਇਸ਼ੂ ਜਿਹੜਾ ਹੈ ਉਹ ਕ੍ਰੀਏਟ ਕੀਤਾ ਗਿਆ, ਉਹ ਲੱਭਿਆ ਗਿਆ। ਨਹੀਂ ਤਾਂ ਇਸ ਤੋਂ ਪਹਿਲਾਂ ਬਹੁਤ ਵੱਡੀਆਂ ਜਥੇਦਾਰ, ਤਿੰਨ ਜਥੇਦਾਰ ਤਾਂ CM ਦੇ ਦਰਵਾਜ਼ੇ ਤੇ 1.5 ਘੰਟਾ ਬੈਠੇ ਰਹੇ ਸੀ।
ਉਹ ਵੀ ਆਪਾਂ ਨੇ ਦੇਖਿਆ ਨਾ ਕਿ ਬਈ ਜੇ ਰਾਮ ਰਹੀਮ ਦੇ ਇਸ਼ੂ ਦੇ ਉੱਪਰ ਸੀਐਮ ਪੰਜਾਬ ਜਥੇਦਾਰਾਂ ਨੂੰ ਬੁਲਾਉਂਦਾ ਹੈ ਤੇ 1.5-2 ਘੰਟੇ ਘਰ ਦੇ ਬਾਹਰ ਉਹ ਬੈਠੇ ਰਹਿੰਦੇ ਆ ਕਿ ਅਜੇ ਸੀਐਮ ਸਾਹਿਬ ਬਿਜ਼ੀ ਹੈਗੇ ਆ ਤੇ ਉਹ ਡਿਕਟੇਸ਼ਨ ਦੇਣਗੇ, ਹੁਕਮਨਾਮਾ ਕੀ ਲੈਣਾ। ਸੋ ਇਹ ਚੀਜ਼ਾਂ ਪਬਲਿਕ ਡੋਮੇਨ 'ਚ ਹੈਗੀਆਂ। ਸੋ ਇਹ ਮੈਂ ਸਮਝਦਾ ਬਈ ਜੇ ਉਹਨਾਂ ਨੇ ਇਸ ਨੂੰ ਲੁੱਕ ਓਵਰ ਕਰਨਾ ਹੁੰਦਾ ਤੇ ਰਾਘਵ ਚੱਡੇ ਦਾ ਇਸ਼ੂ ਕੋਈ ਐਡਾ ਵੱਡਾ ਨਹੀਂ ਹੈ ਕਿ ਵੀ ਇਹਨੂੰ ਉਹ ਲੁੱਕ ਓਵਰ ਨਾ ਕਰ ਸਕਦੇ। ਤੇ ਇਹ ਇੱਕ ਸਿਰਫ ਕ੍ਰੀਏਟਡ ਇਹਦੀ ਕ੍ਰੀਏਸ਼ਨ ਹੈ ਤੇ ਅਸਲੀ ਜਿਹੜਾ ਇਹਦਾ ਬੇਸਿਕ ਹੈ ਉਹ ਕੁਝ ਹੋਰ ਹੀ ਹੈ। ਜਿਹੜਾ ਕਿ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਕਿ ਉਹਨਾਂ ਨੇ ਆਪਣੇ ਆਪ ਜਿਹੜਾ ਹੈ ਲਾਂਭੇ ਹੋਏ ਨੇ, ਮਤਲਬ ਕਿ ਖੁਦ ਉਹਨਾਂ ਨੇ ਫੈਸਲਾ ਲਿਆ ਹੈਗਾ ਔਰ ਪਰ ਮੀਟਿੰਗ ਬੁਲਾਈ ਗਈ ਸੀ ਡੈਫੀਨੇਟਲੀ। ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਧਾਮੀ, ਉਹ ਵੀ ਮਤਲਬ ਮੀਟਿੰਗ ਉਹਨਾਂ ਨੇ ਲਈ ਔਰ ਸਾਰਾ ਕੁਝ ਹੋਇਆ। ਕਹਿੰਦੇ ਜੇ ਮਤਲਬ ਖੁਦ ਉਹਨਾਂ ਦਾ ਫੈਸਲਾ ਲਿਆ ਗਿਆ ਜੇ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਜੀ ਦਾ, ਤੇ ਇਹ ਗੱਲ 'ਚ ਕਿੰਨੀ ਕੁ ਠੀਕ ਠਾਕ ਜਿਹਾ ਲੱਗਦਾ ਕਿਉਂਕਿ ਕੰਪਲਿਕੇਟਡ ਤਾਂ ਹੈ, ਕੋਈ ਐਸਾ ਸੀਨ ਨਹੀਂ ਸੀ। ਤੁਸੀਂ ਵੀ ਜਿਵੇਂ ਹੁਣੀ ਗੱਲਬਾਤ ਕੀਤੀ ਹੈ ਕਿ ਕੋਈ ਐਸਾ ਬਹੁਤ ਜਲਦਬਾਜ਼ੀ ਵੀ ਨਹੀਂ ਸੀ ਇਸ ਚੀਜ਼ ਨੂੰ ਲੈ ਕੇ। ਦੇਖੋ ਜੇ ਉਹਨਾਂ ਨੇ ਛੱਡਣਾ ਹੀ ਸੀ ਐਕਟਿੰਗ ਜਥੇਦਾਰੀ ਦਾ, ਜੇ ਰੋਲ ਉਹਨਾਂ ਨੇ ਛੱਡਣਾ ਹੀ ਸੀਗਾ ਤੇ ਉਹਨਾਂ ਨੂੰ ਖੁਦ ਹੀ ਉਹਦੇ ਤੋਂ ਆਪਣਾ ਇੱਕ ਫਾਰਮਲ ਲੈਟਰ ਦੇ ਦੇਣਾ ਚਾਹੀਦਾ ਸੀ। ਇਹ ਹੁਣ ਮੈਂ ਸਮਝਦਾ ਇਹ ਸਿਰਫ ਕਵਰ ਅਪ ਹੈਗਾ, ਇਹ ਝੂਠ ਹੈ। ਝੂਠ ਦੇ ਵਿੱਚ ਕੋਈ ਵਜਨ ਨਹੀਂ ਹੁੰਦਾ, ਜਿੰਨਾ ਮਰਜ਼ੀ ਤੁਸੀਂ ਬੋਲੀ ਜਾਓ। ਇਹ ਪਬਲਿਕ ਜਿਹੜੀ ਹੈ ਉਹ ਸਾਰੀ ਸਮਝਦੀ ਹੈ। ਕੋਈ ਬੰਦਾ ਇੱਦਾਂ ਜਥੇਦਾਰ ਦੀ ਜਿਹੜੀ ਅਹੁਦਾ ਉਹ ਨਹੀਂ ਛੱਡਦਾ ਹੁੰਦਾ। ਜੀ ਜੀ, ਇਹ ਫੈਕਚੁਅਲ ਗੱਲ ਇਹ ਹੈ ਕਿ ਜਿਸ ਬੰਦੇ ਨੂੰ ਸਿੱਖ ਜਗਤ ਦਾ ਜਥੇਦਾਰ ਥਾਪਿਆ ਗਿਆ ਹੋਵੇ, ਭਾਵੇਂ ਇੱਕ ਧਿਰ ਵੱਲੋਂ ਹੀ ਥਾਪਿਆ ਗਿਆ ਹੋਵੇ, ਉਹ ਐਡੀ ਛੇਤੀ ਉਸ ਨੂੰ ਨਹੀਂ ਛੱਡਦਾ। ਤੇ ਹੁਣ ਇਹ ਸਟੋਰੀਜ਼ ਜਿੰਨੀਆਂ ਮਰਜ਼ੀ ਬਣਾਈ ਜਾਣ, ਇਹ ਕਿਸੇ ਨੂੰ ਹਜਮ ਨਹੀਂ ਹੋਣੀਆਂ। ਜੀ, ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀਗੇ ਪਹਿਲੇ ਰਘੁਬੀਰ ਸਿੰਘ ਜੀ। ਇਹਨਾਂ ਦੀ ਸ਼ਖਸੀਅਤ ਜਿਹੜੀ ਹੈਗੀ ਹੈ ਉਹ ਤੁਸੀਂ ਉਹਨੂੰ ਕਿਵੇਂ ਐਕਸਪਲੇਨ ਕਰੋਗੇ ਜਾਂ ਕਿੱਦਾਂ ਤੁਸੀਂ ਦੇਖਦੇ ਹੋ ਕਿ ਨਵੇਂ ਜਥੇਦਾਰ ਦੇ ਤੌਰ 'ਤੇ ਇਹਨਾਂ ਨੂੰ ਲੈ ਕੇ ਆਇਆ ਗਿਆ? ਵਿੱਚ ਗੋਲਡਨ ਟੈਂਪਲ ਜਾਂ ਦਰਬਾਰ ਸਾਹਿਬ ਆ ਗਏ ਸੀਗੇ, ਫਿਰ ਹੈੱਡ ਗ੍ਰੰਥੀ ਉੱਥੇ ਹੋਏ ਹੋਏ ਗ੍ਰੰਥੀ ਹੈ ਨਾ ਜੀ, ਅਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਐਕਸਪਲੇਨ ਕਰੋਗੇ? ਤੁਹਾਨੂੰ ਕਿਵੇਂ ਦਾ ਲੱਗਦਾ ਵੀ ਅਕਾਲ ਤਖਤ ਦਾ ਜਿਹੜਾ ਇੱਕ ਪੋਜੀਸ਼ਨ ਹੈਗੀ ਹੈ ਉਹ ਬੜੀ ਪ੍ਰਾਈਮ ਪੋਜੀਸ਼ਨ ਹੈਗੀ ਹੈ ਜੇ ਗੱਲ ਕਰੀਏ ਸਿੱਖੀਜ਼ਮ ਦੇ ਵਿੱਚ? ਇਨ ਨਟਸ਼ੈਲ ਜੇ ਤੁਸੀਂ ਮੈਨੂੰ ਕੋਈ ਇੱਕ ਲਾਈਨ 'ਚ ਇਹਨੂੰ ਐਕਸਪਲੇਨ ਕਰਨਾ ਹੋਵੇ ਤੇ ਉਸ ਨੂੰ ਤਾਂ ਮੈਂ ਇੱਦਾਂ ਕਹਾਂਗਾ ਕਿ ਟ੍ਰੈਜੇਡੀ ਆਫ ਦੀ ਸਿੱਖਸ ਇਨ 21st ਸੈਂਚੁਰੀ। ਇਸ ਨੂੰ ਮੈਂ ਇੱਦਾਂ ਕਹਾਂਗਾ ਕਿ ਵੀ ਸਿੱਖਾਂ ਦੀ ਟ੍ਰੈਜੇਡੀ ਹੈ। ਸਿੱਖਾਂ ਦੀ ਟ੍ਰੈਜੇਡੀ ਤੋਂ ਇਲਾਵਾ ਐਸਜੀਪੀਸੀ ਦੇ ਕੰਡਕਟ ਦੇ ਉੱਪਰ ਵੱਡਾ ਕੁਐਸਚਨ ਮਾਰਕ ਹੈ। ਤੇ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਥੇਦਾਰ ਸਾਹਿਬ ਦੀ ਪਰਸਨਲ ਉਸ ਦੇ ਬਾਰੇ, ਉਹ ਤਾਂ ਪਬਲਿਕ ਡੋਮੇਨ 'ਚੋਂ ਗੱਲਾਂ ਹੈਗੀਆਂ ਕਿ ਉਹ ਕਿਸ ਤਰੀਕੇ ਦਾ ਉਹਨਾਂ ਨੂੰ ਇਸ਼ੂ ਹੈਗਾ। ਤੇ ਉਹ ਗੱਲਾਂ ਕੇਸਗੜ੍ਹ ਸਾਹਿਬ ਦੇ ਵਿੱਚ ਆਮ ਲੋਕੀ ਕਰਦੇ ਆ, ਸਾਰਾ ਸਟਾਫ ਕਰਦਾ ਹੈ। ਸੰਗਤ ਦੇ ਵਿੱਚ ਵੀ ਕਾਫੀ ਗੱਲਾਂ ਹੈਗੀਆਂ। ਉਹਨਾਂ ਦੇ ਘਰ ਦੇ ਵਿੱਚ ਉਹ ਮਤਲਬ ਇੱਦਾਂ ਦੀ ਗੱਲਾਂ ਚੱਲੀਆਂ ਕਿ ਉਹ ਘਰ ਜਿਹੜਾ ਹੈਗਾ ਜਿੰਕਸਡ ਹੈਗਾ ਤੇ ਉਹ ਘਰ ਢਵਾਇਆ ਗਿਆ ਪੂਰਾ। ਇਹ ਸਾਰੀਆਂ ਚੀਜ਼ਾਂ ਤਾਂ ਪਬਲਿਕ ਦੇ ਸਾਹਮਣੇ ਹੈਗੀਆਂ ਨਾ। ਉੱਥੇ ਹੁਣ ਨਵੀਂ ਬਿਲਡਿੰਗ ਬਣ ਰਹੀ ਹੈ, ਉਹਨੂੰ ਕਿਉਂ ਢਾਇਆ ਗਿਆ, ਉਹਦੇ ਵਿੱਚ ਭੂਤ ਪ੍ਰੇਤ ਹੈਗੇ ਆ, ਇਸ ਤਰੀਕੇ ਦੀਆਂ ਗੱਲਾਂ ਵੀ ਹੈਗੀਆਂ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੈਟਰ ਉਹ ਹੀ ਐਕਸਪਲੇਨ ਕਰਨ। ਉਹ ਮੈਂ ਤਾਂ ਉਹਨਾਂ ਨੂੰ ਕੱਲ੍ਹ ਵੀ ਮੈਂ ਇਹ ਗੱਲ ਕੀਤੀ ਹੈ, ਮੈਂ ਕਿਹਾ ਤੁਸੀਂ ਇਸ ਨੂੰ ਦਿਸ ਮੈਟਰ ਸ਼ੁੱਡ ਕਮ ਟੂ ਰੈਸਟ। ਤੁਸੀਂ ਬੋਲੋ ਕਿ ਬਈ ਇਹ ਚੀਜ਼ 'ਚ ਵਜਨ ਹੈ ਕਿ ਨਹੀਂ ਹੈ, ਕਿ ਆਪਣੀ ਜਿਹੜੀ ਰਹਿਤ ਮਰਿਆਦਾ ਹੈਗੀ ਹੈ ਜਾਂ ਜਿਹੜਾ ਸਿੱਖ ਜਗਤ ਹੈਗਾ, ਤਖਤ ਕੇਸਗੜ੍ਹ ਸਾਹਿਬ ਦੀ ਬਹੁਤ ਵੱਡੀ ਇੰਪੋਰਟੈਂਸ ਹੈ। ਉੱਥੇ ਖਾਲਸੇ ਦੀ ਸਾਜਨਾ ਕੀਤੀ ਗਈ ਹੈ। ਉੱਥੋਂ ਇੱਕ ਐਸਾ ਰੈਵੋਲੂਸ਼ਨ ਚੱਲਿਆ ਜਿਸ ਨੇ ਸਾਊਥ ਏਸ਼ੀਆ ਦੀ ਹਿਸਟਰੀ ਪਲਟਤੀ। ਜੀ ਜੀ, ਖਾਲਸਾ ਪੰਥ ਦੀ ਸਾਜਨਾ ਦਸਮ ਪਾਤਸ਼ਾਹ ਨੇ ਕੀਤੀ ਉੱਥੇ। ਤੇ ਉੱਥੇ ਦਾ ਜਿਹੜਾ ਮਤਲਬ ਰੈਵੋਲੂਸ਼ਨ ਐਸਾ ਚੱਲਿਆ ਕਿ ਮੁਗਲ ਦਰਬਾਰ ਦੀ ਜੜ੍ਹਾਂ ਪੱਟਤੀਆਂ, ਪੂਰਾ ਹਿੰਦੁਸਤਾਨ ਦੀ ਹਿਸਟਰੀ ਪਲਟ ਕੇ ਰੱਖ ਦਿੱਤੀ। ਉਹਦੇ ਵਿੱਚੋਂ ਸ਼ਹੀਦੀਆਂ ਨਿਕਲੀਆਂ। thousands lakhs of people have laid their lives for that revolution। ਤੇ ਉੱਥੇ ਦਾ ਜਿਹੜਾ ਮਤਲਬ ਜਥੇਦਾਰ ਬੜਾ ਇਟਸ ਵੈਰੀ ਸੈਡ। ਮੇਰੇ ਕੋਲ ਵਰਡਸ ਨਹੀਂ ਹੈ ਮੈਂ ਕਿਵੇਂ ਉਹਨੂੰ ਐਕਸਪ੍ਰੈਸ ਕਰਾਂ ਕਿ ਬਈ ਐਡੀ ਕੈਸੇ ਮੋੜ ਤੇ ਆ ਕੇ ਅਸੀਂ ਖੜੇ ਹੋ ਗਏ ਹਾਂ ਤੇ ਕਹੇ ਜੇ ਬੰਦਿਆਂ ਨੂੰ ਅਸੀਂ ਉੱਥੇ ਬਿਠਾ ਰਹੇ ਹਾਂ। ਇਟਸ ਵੈਰੀ ਸ਼ੇਮਫੁਲ। ਥੋੜਾ ਸਖਤ ਗੱਲ ਹੋ ਨਹੀਂ ਲੱਗ ਰਹੀ ਕਿ ਮੈਂ ਕਹਿੰਦਾ ਆਈ ਡੋਂਟ ਹੈਵ ਵਰਡਸ। ਮੈਂ ਇਸ ਤੋਂ ਵੀ ਹਾਰਸ਼ ਵਰਡਸ ਯੂਜ਼ ਕਰ ਸਕਦਾ, ਮੈਂ ਕਰਨਾ ਚਾਹੁੰਦਾ। ਮੈਂ ਆਈ ਐਮ ਫੀਲਿੰਗ ਹੈਲਪਲੈਸ ਕਿ ਅਸੀਂ ਕਾਹਦੇ ਗਾਤਰੇ ਪਾਏ, ਅਸੀਂ ਬੈਠੇ ਦੇਖ ਰਹੇ ਹਾਂ, ਸਾਨੂੰ ਤਮਾਸ਼ਾ ਬਣਾਇਆ ਜਾ ਰਿਹਾ। ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਉਹ ਅਖਤਿਆਰ ਦਿੱਤਾ ਹੈ, ਵਾਟ ਆਰ ਦੇ ਡੂਇੰਗ? ਦੇ ਆਰ ਪਲੇਇੰਗ ਵਿਦ ਆਵਰ ਇਮੋਸ਼ਨਸ। ਅਸੀਂ ਗਾਤਰੇ ਐਵੇਂ ਪਾ ਕੇ ਬੈਠੇ ਹਾਂ। ਉਹਨਾਂ ਨੇ ਵੀ ਪਾਏ ਹੋਏ ਆ ਜਿਹਨਾਂ ਨੇ ਇਹਨਾਂ ਨੂੰ ਲਾਇਆ ਹੈ, ਜਿਨ੍ਹਾਂ ਨੇ ਸਭ ਕੁਝ ਸੁਣਿਆ, ਜਿਨ੍ਹਾਂ ਕੋਲ ਉਹਨਾਂ ਨੇ ਰੋਏ ਜਾ ਕੇ ਕਿ ਮੈਨੂੰ ਪਰੇਸ਼ਾਨ ਕਰਦੇ ਆ ਭੂਤ ਇੱਥੇ ਆ ਕੇ। ਐਂਡ ਡਿਸਪਾਈਟ ਐਵਰੀਥਿੰਗ, ਐਸੀ ਕਿਹੜੀ ਜਗ੍ਹਾ ਮਤਲਬ ਇਹ ਕੋਈ ਵਡਭਾਗ ਸਿੰਘ ਦਾ ਡੇਰਾ ਥੋੜੀ ਆ ਇਹ। ਠੀਕ ਹੈ ਇੱਕ ਬੰਦੇ ਨੂੰ ਇਸ਼ੂ ਹੈਗਾ, ਉਹ ਉਸ ਨੂੰ ਉਹਦਾ ਡਿਫਰੈਂਟ ਹੋਇਆ, ਪਰ ਤੁਸੀਂ ਉਸ ਨੂੰ ਮਤਲਬ ਪੂਰੀ ਕੌਮ ਦੇ ਸਿਰ ਤੇ ਬਿਠਾਤਾ। ਸ਼ੇਮਲੈਸ ਪੀਪਲ ਆਈ ਕੈਨ ਸੇ।
ਨਥਿੰਗ ਮੋਰ। ਸਿੱਖ ਜਗਤ ਜਿਹੜਾ ਹੈਗਾ ਹੈ, ਉਹ ਸਾਰਾ ਦਾ ਸਾਰਾ ਹਮੇਸ਼ਾ ਅਕਾਲ ਤਖਤ ਵੱਲ ਦੇਖਦਾ ਹੈ। ਔਰ ਜੇ ਗੱਲ ਕਰੀਏ ਤਾਂ ਟੈਂਪੋਰਲ ਸੀਟ ਹੈਗੀ, ਉਹਦੇ ਬਾਅਦ ਸਾਰਾ ਕੁਝ ਉੱਥੋਂ ਚੱਲਦਾ ਹੈ। ਤੇ ਇਸ ਦੇ ਨਾਲ ਬਾਕੀ ਜਿਹੜੇ ਹੈਗੇ ਨੇ, ਕਿਉਂਕਿ ਕਮੇਟੀਜ਼ ਅਲੱਗ-ਅਲੱਗ ਬਣ ਚੁੱਕੀਆਂ ਨੇ ਆਲਰੇਡੀ, ਹਰਿਆਣਾ ਦੀ ਅਲੱਗ ਬਣ ਚੁੱਕੀ ਹੈ, ਦਿੱਲੀ ਦੀ ਜਿਹੜੀ ਹੈ ਕਮੇਟੀ ਉਹ ਅਲੱਗ ਵਰਕ ਕਰਦੀ ਹੈ। ਇਸੇ ਤਰੀਕੇ ਦੇ ਨਾਲ ਸਾਰੇ ਕਮੇਟੀਜ਼, ਕਿਸੇ ਦਾ ਹਜੇ ਤੱਕ ਉਸ ਤਰੀਕੇ ਦਾ ਕੋਈ ਮਤਲਬ ਕਿ ਮਤਲਬ ਉਹਨਾਂ ਦਾ ਕੋਈ ਬਿਆਨ ਕਿਸੇ ਤਰੀਕੇ ਦਾ ਨਹੀਂ ਤਕਰੀਬਨ ਆਇਆ ਹੈਗਾ। ਤੇ ਤੁਹਾਨੂੰ ਕਿਵੇਂ ਲੱਗਦਾ ਹੈ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਿਨੈਰੀਓ ਬਣੇਗਾ? ਦੇਖੋ, ਬਿਆਨ ਤਾਂ ਆਵੇ ਨਾ ਜੇ ਉਹਨਾਂ ਨੂੰ ਕੰਸਲਟ ਕੀਤਾ ਹੋਵੇ, ਵਧਾਈ ਤਾਂ ਉਹ ਤਾਂ ਦੇਣ। ਜੇ ਕਿਸੇ ਨੂੰ ਪੁੱਛਿਆ ਹੋਵੇ ਤਾਂ ਲਿਫਾਫਾ ਖੋਲ੍ਹਿਆ ਉਹਨਾਂ ਨੇ ਔਰ ਲਿਫਾਫੇ ਦੇ ਵਿੱਚੋਂ ਐਸਾ ਜੰਤਰ ਕੱਢ ਕੇ ਬਿਠਾਤਾ। ਹੁਣ ਉਹ ਫਿਊਚਰ ਦੇ ਵਿੱਚ ਉੱਥੇ ਪੰਜ ਸਿੰਘ ਸਾਹਿਬਾਨਾਂ 'ਚ ਬਹਿ ਕੇ ਕਹੇ ਜੇ ਫੈਸਲੇ ਕਰੇਗਾ ਉਹ ਜੰਤਰ, ਇਹ ਸਮਾਂ ਦੱਸੇਗਾ। ਕਿਉਂਕਿ ਜਿਸ ਬੰਦੇ ਦੇ ਉੱਪਰ ਐਸਾ ਇਸ਼ੂ ਹੈ ਉਸ ਨੂੰ, ਔਰ ਬੋਲ ਨਹੀਂ ਰਿਹਾ, ਮੋਰ ਦੈਨ 24 ਆਵਰਸ ਹੋ ਗਏ ਮੈਨੂੰ ਉਹਨੂੰ ਪਬਲਿਕਲੀ ਕਹੇ ਨੂੰ ਕਿ ਜਥੇਦਾਰ ਸਾਹਿਬ ਇਸ ਇਸ਼ੂ ਨੂੰ ਖਤਮ ਕਰ ਦਿਓ, ਬੋਲੋ ਤੁਸੀਂ। ਪਰ ਉਹ ਨਹੀਂ ਬੋਲ ਰਹੇ। ਹੀ ਸ਼ੁੱਡ ਸਪੀਕ। ਮੈਂ ਤੁਹਾਡੇ ਚੈਨਲ ਤੋਂ ਪਬਲਿਕ ਵੱਲੋਂ ਕਹਿ ਰਿਹਾ, ਕੇਸਗੜ੍ਹ ਸਾਹਿਬ ਦੀ ਸੰਗਤ ਵੱਲੋਂ ਕਹਿ ਰਿਹਾ, ਮੈਂ ਪਰਸਨਲੀ ਕਹਿ ਰਿਹਾ ਜਥੇਦਾਰ ਨੂੰ ਕਿ ਜਥੇਦਾਰ ਸਾਹਿਬ ਬੋਲੋ, ਤੁਹਾਡੇ ਬਾਰੇ ਚਰਚਾਵਾਂ ਸੰਗਤ ਵਿੱਚ ਫੈਲ ਰਹੀਆਂ। ਹੱਥ ਜੋੜ ਕੇ ਬੇਨਤੀ ਕਰ ਰਿਹਾ ਮੈਂ ਕਿ ਇਸ ਚੀਜ਼ ਨੂੰ ਖਤਮ ਕਰੋ, ਇਹਦੇ ਤੇ ਬੋਲੋ ਤੁਸੀਂ ਕਿ ਗਲਤ ਹੈ ਇਹ ਗੱਲ, ਕਿ ਅਫਵਾਹਾਂ ਹੈ। ਉਹ ਵੀ ਨਹੀਂ ਕਹਿ ਰਹੇ ਕਿ ਅਫਵਾਹਾਂ ਹੈ, ਇਹੀ ਕਹਿ ਦੇਣ ਖੜੇ ਹੋ ਕੇ ਕਿ ਅਫਵਾਹ ਹੈ, ऐसा कुछ नहीं है। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਸਿੱਖ ਰਹਿਤ ਮਰਿਆਦਾ ਜਾਂ ਸਿੱਖ ਜਿਹੜਾ ਇੱਕ ਆਈਡੀਓਲੋਜੀ ਹੈ ਉਸ ਦੇ ਸਾਂਚੇ ਦੇ ਵਿੱਚ ਸ਼ਾਇਦ ਇਹ ਗੱਲਾਂ ਜਿਹੜੀਆਂ ਉਹ ਕਿਤੇ ਸਮਾਉਂਦੀਆਂ ਨਹੀਂ, ਖੜੀਆਂ ਨਹੀਂ ਹੁੰਦੀਆਂ? ਦੇਖੋ, ਮੈਂ ਨਾ ਐਕਚੁਅਲੀ ਡਿਸਟਰਬ ਹੋ ਗਿਆ ਬਹੁਤ ਜ਼ਿਆਦਾ, ਮੈਂ ਹੁਣ ਕੈਰੀ ਫਾਰਵਰਡ ਕਰ ਨਹੀਂ ਪਾ ਰਿਹਾ। ਤੇ ਰਹਿਤ ਮਰਿਆਦਾ ਤਾਂ ਬੜੀ ਦੂਰ ਦੀ ਚੀਜ਼ ਹੈ। ਮੈਂ ਕਹਿ ਰਿਹਾ ਕਿ ਕਾਮਨ ਸਿੱਖ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰਦਾ ਕਿ ਐਸਾ ਬੰਦਾ ਉਹਨਾਂ ਨੂੰ ਲੀਡ ਕਰੇ ਜਿਹੜਾ ਇਹੀ ਜਵਾਬ ਨਾ ਦੇ ਪਾ ਰਿਹਾ ਹੋਵੇ ਕਿ ਮੇਰੇ ਬਾਰੇ ਅਫਵਾਹਾਂ ਚੱਲ ਰਹੀਆਂ। ਇੱਕ ਡੇਰਾਵਾਦ ਹੈ ਨਾ, ਜਿਹੜਾ ਡੇਰਾਵਾਦ ਨੇ ਪੂਰੀ SGPC ਨੂੰ ਜਕੜ ਲਿਆ ਬੁਰੀ ਤਰੀਕੇ ਦੇ ਨਾਲ। SGPC has been overrun by the ਡੇਰਾਸ and very prominent ਡੇਰਾਸ of Punjab, they are deciding। ਉਹਨਾਂ ਦੇ ਜਿਹੜੇ ਸ਼ਾਗਿਰਦ ਹੈ ਉਹ ਡਿਸਾਈਡ ਕਰ ਰਹੇ ਆ ਕਿ ਇੱਥੇ ਕੌਣ ਮੈਨੇਜਰ ਲੱਗੇਗਾ, ਕੌਣ ਜਥੇਦਾਰ ਲੱਗੇਗਾ, ਕੌਣ ਸਿੱਖਾਂ ਨੂੰ ਲੀਡ ਕਰੇਗਾ। ਐਂਡ ਮਿਸਟਰ ਧਾਮੀ ਇਜ਼ ਅ ਟੂਲ ਅਮੰਗਸ ਫॉर them, ਜਿਸ ਤੋਂ ਮੈਨੂੰ ਬਿਲਕੁਲ ਉਮੀਦ ਨਹੀਂ ਸੀ। ਮੈਂ ਬਹੁਤ ਧਾਮੀ ਸਾਹਿਬ ਨੂੰ ਹਾਈ ਸਪਿਰਿਟ 'ਚ ਦੇਖਦਾ ਸੀ ਕਿਉਂਕਿ ਮੈਂ ਉਹਨਾਂ ਨੂੰ ਬਹੁਤ ਦੇਰ ਤੋਂ ਜਾਣਦਾ। ਪਰ ਉਹ ਐਸੇ ਸਾਈਨ ਕਰ ਦੇਣਗੇ, ਲਿਫਾਫਾ ਖੋਲ ਕੇ ਸੰਗਤ ਨੂੰ ਪੜ੍ਹ ਦੇਣਗੇ। ਮੈਂ ਧਾਮੀ ਸਾਹਿਬ ਨੂੰ ਕਹਿ ਰਿਹਾ ਕਿ ਧਾਮੀ ਸਾਹਿਬ ਜਥੇਦਾਰ ਨਹੀਂ ਬੋਲ ਰਿਹਾ, ਧਾਮੀ ਸਾਹਿਬ ਬੋਲ ਦੇਣ ਕਿ ਗੱਲ ਝੂਠ ਹੈ। ਪ੍ਰਧਾਨ SGPC ਨੂੰ ਮੈਂ ਕਹਿ ਰਿਹਾ ਤੁਹਾਡੇ ਰਾਹੀਂ ਕਿ ਤੁਸੀਂ ਔਨ ਬਿਹਾਫ ਆਫ ਜਥੇਦਾਰ ਕਹਿ ਦਿਓ ਕਿ ਕੋਈ ਭੂਤ ਪ੍ਰੇਤ ਵਾਲਾ ਸਿਸਟਮ ਨਹੀਂ ਹੈ ਇੱਥੇ, ਸਭ ਝੂਠ ਹੈ, ਕਿ ਐਸਾ ਇਸ਼ੂ ਨਹੀਂ ਹੈ ਉੱਥੇ ਰਘਵੀਰ ਸਿੰਘ ਦੇ ਨਾਲ, ਜਥੇਦਾਰ ਦੇ ਨਾਲ। ਧਾਮੀ ਸਾਹਿਬ ਬੋਲ ਦੇਣ। ਇਫ ਹੀ ਇਜ਼ ਨਾਟ ਸਪੀਕਿੰਗ, ਧਾਮੀ ਸਾਹਿਬ ਸ਼ੁੱਡ ਸਪੀਕ। ਜਦੋਂ ਤੱਕ ਆਪਾਂ ਗੱਲ ਕਰੀਏ, ਆਰ ਵੀ ਫੂਲਸ? ਪੂਰਾ ਸਿੱਖ ਜਗਤ ਫੂਲਸ, ਵੀ ਆਰ ਅ ਬੰਚ ਆਫ ਫੂਲਸ, ਕਿ ਅਸੀਂ ਸਭ ਕੁਝ ਬੈਠੇ ਦੇਖੀ ਜਾਵਾਂਗੇ? ਮੈਨੂੰ ਲੋਕੀ ਆ ਕੇ ਕਹਿੰਦੇ ਆ ਕਿ ਭੂਤਾਂ ਵਾਲੇ ਜਥੇਦਾਰ ਲੱਗ ਗਏ ਤੁਹਾਡੇ। ਕੀ ਜਵਾਬ ਦਾਂਗਾ ਮੈਂ ਉਹਨਾਂ ਨੂੰ? ਗੈਰ ਸਿੱਖਾਂ ਨੂੰ ਵੀ ਪਤਾ ਇਸ ਚੀਜ਼ ਦਾ, ਖਾਲੀ ਸਿੱਖਾਂ ਨੂੰ ਨਹੀਂ ਪਤਾ, ਇਹਦਾ ਗੈਰ ਸਿੱਖਾਂ ਦੇ ਵਿੱਚ ਵੀ ਹੈਗਾ। ਅਸੀਂ ਸਮਾਜ ਦੇ ਵਿੱਚ ਬਹੁਤ ਵੱਡੀ ਦੁਨੀਆ ਹੈ, ਅਰਬਾਂ ਦੀ ਦੁਨੀਆ ਹੈ, ਲੋਕੀ ਵੀ ਸਾਨੂੰ ਵਾਚ ਕਰ ਰਹੇ ਹੈ। ਖਾਲੀ ਅਸੀਂ 1500 ਬੰਦਾ ਤਾਂ ਨਹੀਂ ਹੈ ਕਿ 170 SGPC ਦੇ ਮੈਂਬਰ ਉਹਨਾਂ ਨੂੰ ਕੋਈ ਦੇਖ ਹੀ ਨਹੀਂ ਰਿਹਾ। ਗੈਰ ਸਿੱਖ ਬੰਦੇ ਆ ਕੇ ਕੁਐਸਚਨ ਕਰਦੇ ਆ, ਟੈਲੀਫੋਨ ਕਰਦੇ ਆ ਮੈਨੂੰ ਕਿ ਹੁਣ ਵਡਭਾਗ ਸਿੰਘ ਦੇ ਡੇਰੇ ਜਾਓਗੇ, ਕਿੱਥੇ ਜਾਓਗੇ? ਆਈ ਹੈਵ ਨੋ ਆਨਸਰ। ਮੈਂ ਹੱਥ ਜੋੜ ਕੇ ਧਾਮੀ ਸਾਹਿਬ ਨੂੰ ਬੇਨਤੀ ਕਰ ਰਿਹਾ ਤੁਹਾਡੇ ਰਾਹੀਂ ਕਿ ਧਾਮੀ ਸਾਹਿਬ, ਜਥੇਦਾਰ ਜੀ ਨਹੀਂ ਬੋਲ ਰਹੇ, ਤੁਸੀਂ ਬੋਲ ਪਾਓ। ਇਸ ਇਸ਼ੂ ਨੂੰ ਖਤਮ ਕਰ ਦਿਓ ਇੱਥੇ, ਇਹ ਭੂਤਾਂ ਪ੍ਰੇਤਾਂ ਵਾਲੇ ਸਿਸਟਮ ਨੂੰ। ਜਦੋਂ ਤੱਕ ਆਪਾਂ ਗੱਲ ਕਰੀਏ SGPC ਦੇ ਜਿਹੜੇ ਬਾਰ-ਬਾਰ ਉਹੀ ਸਵਾਲ ਬਾਰ-ਬਾਰ ਆਉਂਦਾ ਹੈ ਵੀ ਉਹਦੇ ਇਲੈਕਸ਼ਨ ਜਿਹੜੇ ਨੇ ਉਹ ਉਹਨਾਂ ਦੀ ਗੱਲ ਬਾਰ-ਬਾਰ ਆਉਂਦੀ ਹੈਗੀ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਦੇਖਿਆ ਜਾਏ ਤਾਂ ਬੀਬੀ ਜਗੀਰ ਕੌਰ ਵੀ ਆਪਣੇ ਤਰੀਕੇ ਦੇ ਨਾਲ ਤੁਰੇ ਹੋਏ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਹਿਲਜੁਲ ਉੱਥੇ ਹੋ ਰਹੀਆਂ ਨੇ।
ਇਹ ਜਿਹੜਾ ਇੱਕ ਵੱਡਾ ਇੱਕ ਚੇਂਜ ਆਇਆ ਹੈ, ਇਸ ਨੂੰ ਰੱਖ ਕੇ ਇੱਕ ਸਾਹਮਣੇ ਰੱਖ ਕੇ ਤੁਸੀਂ ਜਿਹੜਾ ਐਸਜੀਪੀਸੀ ਦੇ ਵਿੱਚ ਜਿਹੜਾ ਜਿਸ ਤਰੀਕੇ ਦੇ ਇਲੈਕਸ਼ਨਸ ਦੀ ਜੇ ਗੱਲ ਤੁਰਦੀ ਹੈ ਜਾਂ ਕਿਸ ਤਰ੍ਹਾਂ ਤੁਰਦੀ ਹੈ, ਉਹਨੂੰ ਇਸ ਕੰਟੈਕਸਟ ਦੇ ਵਿੱਚ ਕਿਵੇਂ ਦੇਖਦੇ ਹੋ? ਦੇਖੋ, ਐਸਜੀਪੀਸੀ ਦੀ ਇਲੈਕਸ਼ਨਸ ਦੇ ਕੰਟੈਕਸਟ ਦੇ ਵਿੱਚ ਜੇ ਅਕਾਲੀ ਦਲ ਨੇ ਇਹ ਫੈਸਲਾ ਕੀਤਾ ਤੇ ਮੈਂ ਸਮਝਦਾ ਉਹਨਾਂ ਨੇ ਸੈਲਫ ਗੋਲ ਕਰ ਲਿਆ। ਬਹੁਤ ਵੱਡਾ ਡੈਮੇਜ ਉਹਨਾਂ ਦਾ ਇਸ ਇਸ਼ੂ ਦੇ ਉੱਪਰ ਹੋ ਗਿਆ। ਪਰ ਐਸਜੀਪੀਸੀ ਦੀ ਇਲੈਕਸ਼ਨ ਅਜੇ ਹੋਣੀ ਨਹੀਂ ਹੈ ਕਿਉਂਕਿ ਦੇ ਆਰ ਹੈਂਡ ਇਨ ਗਲਵ ਵਿਦ ਦੀ ਪਾਵਰਸ। ਉਹਨਾਂ ਦੇ ਇਸ਼ਾਰੇ ਤੇ ਹੀ ਇਲੈਕਸ਼ਨ ਹੋਣੀ ਹੈ। ਇਲੈਕਸ਼ਨ ਅਜੇ ਨੀਅਰ ਫਿਊਚਰ 'ਚ ਸੰਭਵ ਹੀ ਨਹੀਂ ਹੈ। ਉਹ ਵੀ ਕੌਨਫੀਡੈਂਟ ਹੈਗੇ ਆ ਇਸ ਗੱਲ ਦੇ ਉੱਪਰ ਕਿ ਵੀ ਇਹ ਕੋਈ ਇਲੈਕਸ਼ਨ ਨਹੀਂ ਹੋਣੀ, ਸਾਨੂੰ ਹੀ ਸਰਕਾਰ ਨੇ ਦਿੱਤੇ ਹੋਏ ਆ ਗੁਰਦੁਆਰੇ ਤੇ ਅਸੀਂ ਹੀ ਇਹ ਸਾਰਾ ਪੰਥ ਦਾ ਜਲੂਸ ਕੱਢਣਾ ਹੈ। ਆਪਣੇ ਹਿਸਾਬ ਨਾਲ ਜੋ ਮਰਜ਼ੀ ਅਸੀਂ ਕਰੀਏ। ਦੇ ਆਰ ਹੈਵਿੰਗ ਅ ਫੀਲਡ ਡੇ ਇਨ ਦਰਬਾਰ ਸਾਹਿਬ। ਜਿਹੜੇ ਗੁਰਦੁਆਰਾ ਪੋਲੀਟਿਕਸ ਹੈਗੀ ਹੈ, ਬਹੁਤ ਦੇਰ ਤੋਂ ਜਿਹੜਾ ਇਸ ਚੀਜ਼ 'ਤੇ ਵੀ ਜਿਹੜੇ ਕਈ ਤਰ੍ਹਾਂ ਦੀ ਸਵਾਲ ਕਈ ਵਾਰੀ ਉੱਭਰਦੇ ਰਹਿੰਦੇ ਹੈ, ਕਈ ਵਾਰੀ ਬੈਠਦੇ ਰਹਿੰਦੇ ਹੈ ਔਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਜਦੋਂ ਖਾਸ ਕਰਕੇ ਹਰਿਆਣਾ ਗੁਰਦੁਆਰਾ ਕਮੇਟੀ ਬਣੀ ਹੈ, ਹੋਣੀ ਪ੍ਰਬੰਧਕ ਕਮੇਟੀ ਬਣੀ ਹੈ, ਉਸ ਨੂੰ ਲੈ ਕੇ ਵੀ ਬੜੀ ਟੱਸਲ ਜਿਹੜੀ ਹੋਈ ਹੈ। ਤੁਸੀਂ ਕਿਸ ਤਰ੍ਹਾਂ ਇਸ ਸਾਰੇ ਦੇ ਸਾਰੇ ਸਿਨੈਰੀਓ ਨੂੰ ਦੇ ਰਹੇ ਹੋ, ਜਿੱਥੋਂ ਤੱਕ ਕਿ ਵਾਰ-ਵਾਰ ਇਹ ਵੀ ਆਵਾਜ਼ ਦਿੱਤੀ ਜਾਂਦੀ ਹੈ, ਜੇ ਪੋਲੀਟੀਕਲ ਪਾਰਟੀਆਂ ਦੇ ਲੀਡਰਸ ਦੀ ਗੱਲ ਕਰੀਏ, ਉਹ ਵਾਰ-ਵਾਰ ਹੀ ਕਹਿੰਦੇ ਵੀ ਸਾਰੇ ਸਿੱਖ ਇਕੱਠੇ ਹੋ ਜਾਓ, ਜਿਹੜੇ ਸਿੱਖ ਦਰਦੀ ਨੇ ਇਕੱਠੇ ਹੋ ਜਾਣ, ਬਹੁਤ ਕੌਮ ਦਾ ਨੁਕਸਾਨ ਹੋ ਰਿਹਾ ਹੈ, ਸਿੱਖਾਂ ਦਾ ਨੁਕਸਾਨ ਹੋ ਰਿਹਾ ਹੈ। ਤੇ ਇੱਕ ਪਾਸੇ ਜਿਹੜਾ ਮੇਨ ਟੈਂਪੋਰਲ ਸੀਟ ਹੈਗੀ ਹੈ, ਉਹ ਵੀ ਬਾਰ-ਬਾਰ ਜਿਹੜੀ ਹੈ ਉਹ ਫੋਕਸ 'ਚ ਆ ਜਾਂਦੀ ਹੈ ਇਸ ਤਰੀਕੇ ਦੇ ਨਾਲ, ਮਤਲਬ ਕਿ ਉਸ 'ਤੇ ਗੱਲ ਤੁਰਦੀ ਹੈ। ਇਹ ਸਾਰਾ ਦਾ ਸਾਰਾ ਸੀਨ ਜਿਹੜਾ ਕਿੱਧਰ ਨੂੰ ਜਾ ਰਿਹਾ, ਕਿੱਥੇ ਕਿ ਖੜੀ ਹੈ ਇਸ ਟਾਈਮ ਗੱਲ? ਦੇਖੋ, ਟੈਂਪੋਰਲ ਸੀਟ ਤਾਂ ਇਸ ਕਰਕੇ ਫੋਕਸ ਆਉਂਦੀ ਹੈ ਕਿ ਸਿੱਖ ਜਗਤ ਉਹਨਾਂ ਵੱਲ ਦੇਖਦਾ ਕਿ ਤੁਸੀਂ ਕੁਝ ਕਰ ਦਿਓ। ਐਸਜੀਪੀਸੀ ਤੋਂ ਕੁਝ ਨਹੀਂ ਹੋ ਰਿਹਾ, ਸ਼੍ਰੋਮਣੀ ਅਕਾਲੀ ਦਲ ਤੋਂ ਕੁਝ ਨਹੀਂ ਹੋ ਰਿਹਾ, ਤੁਸੀਂ ਕੋਈ ਡਾਇਰੈਕਸ਼ਨ ਦੇ ਦਿਓ। ਪਰ ਉਹ ਵੀ ਡਿਲੀਵਰ ਨਹੀਂ ਕਰ ਪਾ ਰਹੇ ਕਿਉਂਕਿ ਉੱਥੇ ਮਤਲਬ ਬੰਦੇ ਹੀ ਐਸੇ ਬਿਠਾਏ ਹੋਏ ਆ ਉਹਨਾਂ ਨੇ। ਉਹ ਪੂਰਾ ਸਿਸਟਮ ਜਿਹੜਾ ਹੈਗਾ ਪੂਰਾ ਇੱਕ ਗ੍ਰਿਪ 'ਚ ਹੈਗਾ ਤੇ ਉਸ ਗ੍ਰਿਪ ਦੇ ਵਿੱਚੋਂ ਜਿੰਨੀ ਜਲਦੀ ਛੁੱਟ ਜਾਏਗਾ ਉਨੀ ਜਲਦੀ ਇਹ ਮਤਲਬ ਥੋੜ੍ਹਾ ਆਪਣੀ ਤਰੱਕੀ ਵੱਲ ਜਾਏਗਾ। ਪਰ ਜੇ ਤੁਸੀਂ ਓਵਰਆਲ ਇਸ ਨੂੰ ਮੈਂ ਇਹ ਸੋਚਦਾ ਕਿ ਬਈ ਇਹ ਕਿੰਨੀ ਦੇਰ ਇਹ ਇੱਦਾਂ ਚੱਲੇਗਾ। ਇੱਕ ਨਾ ਇੱਕ ਦਿਨ ਤਾਂ ਬਬਲ ਬਸਟ ਇਹਦਾ ਹੋਏਗਾ ਹੀ ਹੋਏਗਾ ਔਰ ਉਹ ਬਬਲ ਬਸਟ ਜਦੋਂ ਹੋਏਗਾ ਫਿਰ ਉਹ ਬੜਾ ਭਿਆਨਕ ਹੋਏਗਾ। ਉਹ ਅਸੀਂ ਦੇਖਿਆ ਜਿਵੇਂ 1920 ਦੇ ਵਿੱਚ ਜਦੋਂ ਮਹੰਤਾਂ ਦੇ ਖਿਲਾਫ ਬਬਲ ਬਸਟ ਹੋਇਆ ਤੇ ਸਿੱਖ ਜਗਤ ਨੇ ਕਿਵੇਂ ਮਹੰਤਾਂ ਨੂੰ ਮਤਲਬ ਕੱਢ ਕੇ ਉਹਨਾਂ ਨੂੰ ਉੱਥੋਂ ਭਜਾਇਆ। ਠੀਕ ਹੈ, ਮਹੰਤਾਂ ਨੇ ਸਿੱਖਾਂ 'ਤੇ ਬੜਾ ਤਸ਼ੱਦਦ ਕੀਤਾ ਉਹਦੇ ਵਿੱਚ, ਪਰ ਅਲਟੀਮੇਟਲੀ ਸਿੱਖਾਂ ਨੇ ਮਹੰਤਾਂ ਨੂੰ ਕੱਢ ਕੇ ਹੀ ਉੱਥੋਂ ਸਾਹ ਲਿਆ। ਤੇ ਇਹ ਜਿਹੜਾ ਬਬਲ ਬਸਟ ਹੋਏਗਾ ਇਹ ਕਿੱਧਰ ਨੂੰ ਜਾਏਗਾ ਇਹ ਫਿਊਚਰ ਦੱਸੇਗਾ। ਇਹਦੇ 'ਤੇ ਅਜੇ ਪ੍ਰੈਡਿਕਸ਼ਨ ਨਹੀਂ ਹੋ ਸਕਦੀ, ਪਰ ਇਹ ਮੈਂ ਕਹਿ ਸਕਦਾ ਕਿ ਬਈ ਇੱਧਰ ਨੂੰ ਗੱਲ ਨਾ ਜਾਵੇ ਤਾਂ ਬੈਟਰ ਹੈ ਜੀ। ਫਿਰ ਵੀ ਜਿਹੜਾ ਇੱਕ ਮਤਲਬ ਕਿ ਪੂਰਾ ਦਾ ਪੂਰਾ ਜਿਸ ਤਰੀਕੇ ਨਾਲ ਐਸਜੀਪੀਸੀ ਦੀ ਵੀ ਗੱਲ ਕੀਤੀ ਜਾਂਦੀ, ਜੇ ਆਪਾਂ ਐਸਜੀਪੀਸੀ ਦੀ ਵੀ ਗੱਲ ਕਰ ਲਈਏ, ਉਹ ਹੋਰ ਕਈ ਕਾਰਜ ਨੇ ਜਿਹੜੇ ਕਿ ਉਲੀਕੇ ਜਾ ਸਕਦੇ ਆ। ਉਹ ਬਾਰ-ਬਾਰ ਕਹਿੰਦੇ ਆ ਜਿਸ ਤਰ੍ਹਾਂ ਕਿ ਬਜਟ ਬਹੁਤ ਵੱਡਾ ਹੈਗਾ, ਉਹਨਾਂ ਦਾ ਅੱਛਾ ਬਜਟ ਹੈਗਾ, ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ 'ਚ ਕੀਤੀਆਂ ਜਾ ਸਕਦੀਆਂ, ਐਜੂਕੇਸ਼ਨ ਨੂੰ ਲੈ ਕੇ, ਮੈਡੀਕਲ ਤਰੀਕੇ ਨੂੰ ਲੈ ਕੇ, ਹੋਰ ਕਈ ਤਰੀਕੇ ਦੀ, ਔਰ ਬਾਰ-ਬਾਰ ਇਹ ਵੀ ਸਵਾਲ ਆਉਂਦੇ ਰਹੇ ਹੈ। ਜੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਦਰਬਾਰ ਸਾਹਿਬ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਉੱਥੇ ਕੀਰਤਨ ਕਰਨ ਦੀ ਜਿਹੜੀ ਇਜਾਜ਼ਤ ਹੈ ਉਹਦੀ ਗੱਲ ਆਉਂਦੀ ਰਹੀ ਹੈ। ਗੁਰਬਾਣੀ ਦੀ ਜਿਹੜੀ ਹੈਗੀ ਉਹਨਾਂ ਨੂੰ ਬਹੁਤੇ ਮਤਲਬ ਖੁੱਲ੍ਹਾ ਕਰ ਦੇਣ ਲਈ ਤਾਂ ਕਿ ਬਹੁਤੇ ਚੈਨਲ ਡਿਫਰੈਂਟ ਚੈਨਲ ਜਿਹੜੇ ਇਹਨਾਂ ਨੂੰ ਟੈਲੀਕਾਸਟ ਕਰਨ ਇਹ ਸਾਰੀਆਂ ਗੱਲਾਂ ਆਉਂਦੀਆਂ ਰਹੀਆਂ। ਇਸ ਬਦਲਾਵ ਨਾਲ ਤੁਹਾਨੂੰ ਲੱਗਦਾ ਵੀ ਇਹਨਾਂ ਗੱਲਾਂ 'ਚ ਸ਼ਾਇਦ ਕਿਸੇ ਪਾਸੇ ਮਾੜਾ ਮੋਟਾ ਚੇਂਜ ਆਏਗਾ? ਦੇਖੋ, ਮੈਂ ਇਹ ਸਮਝਦਾ ਕਿ ਜਿਹੜਾ ਸਿੱਖ ਰਿਲੀਜਨ ਹੈਗਾ ਬੜਾ ਮਾਡਰਨ ਕਨਸੈਪਟ ਦੇ ਨਾਲ ਇੱਕ ਗੁਰੂ ਮਹਾਰਾਜ ਨੇ ਇਹਨੂੰ ਥਾਪਿਆ ਹੈ ਤੇ ਇਹਦੀ ਜਿਹੜੀ ਬਣਤਰ ਹੈ ਉਹ ਬੜੀ ਮੈਂ ਸਮਝਦਾ ਕਿ ਮਾਡਰਨ ਉਹਦੇ ਵਿੱਚ ਕਨਸੈਪਟ ਦੇ ਵਿੱਚ ਹੈਗੀ ਹੈ। ਤੇ ਸਿੱਖਇਜ਼ਮ ਦੇ ਵਿੱਚ ਵੂਮਨ ਦਾ ਜਿਹੜਾ ਸਟੇਚਰ ਹੈ ਕੋਈ ਮੈਂ ਨਹੀਂ ਸਮਝਦਾ ਕਿ ਵੀ ਉਹਨੂੰ ਕੋਈ ਵੀ ਡਿਸਕ੍ਰਿਮੀਨੇਸ਼ਨ ਉਹਦੇ 'ਚ ਹੈਗੀ ਹੈ। ਇੱਕ ਜਾਂ ਦੋ ਥਾਵਾਂ 'ਤੇ ਜਿਵੇਂ ਹੁਣ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਕੀਰਤਨ ਕਰਨ ਦੀ ਗੱਲ ਕੀਤੀ ਹੈ, ਦਰਬਾਰ ਸਾਹਿਬ ਦਾ ਜਿਹੜਾ ਸੈਂਕਟੋਰਮ ਹੈਗਾ ਉਹਦੇ ਵਿੱਚ ਬੜੀ ਛੋਟੀ ਜਗ੍ਹਾ ਹੈਗੀ ਹੈ ਤੇ ਉਹਦਾ ਜਿਹੜਾ ਮਤਲਬ ਲਾਰਜਰ ਰੂਪ ਜਿਹੜਾ ਹੈਗਾ ਉਹ ਗੁਰਦੁਆਰਾ ਮੰਜੀ ਸਾਹਿਬ ਹੈਗਾ। ਗੁਰਦੁਆਰਾ ਸਾਹਿਬ ਜਿਹੜਾ ਦਰਬਾਰ ਸਾਹਿਬ ਦੇ ਕੋਈ ਵੀ ਫੰਕਸ਼ਨਸ ਜਿਹੜੇ ਹੈਗੇ ਆ ਉਹ ਕੰਡਕਟ ਹੁੰਦੇ ਆ ਮੰਜੀ ਸਾਹਿਬ ਦੇ ਵਿੱਚ। ਮੰਜੀ ਸਾਹਿਬ ਦੇ ਵਿੱਚ ਜਿਹੜੀਆਂ ਹੈਗੀਆਂ ਬੀਬੀਆਂ ਜਿਹੜੀਆਂ ਕੀਰਤਨ ਕਰ ਸਕਦੀਆਂ ਜੀ। ਲੇਕਿਨ ਦਰਬਾਰ ਸਾਹਿਬ ਦਾ ਜਿਹੜਾ ਹੈਗਾ ਇਸ਼ੂ ਜਿਹੜਾ ਹੈਗਾ ਹੁਣ ਉਹ 400 ਸਾਲ ਤੋਂ ਉੱਥੇ ਜਿਹੜੀ ਚੀਜ਼ ਟ੍ਰੈਡੀਸ਼ਨ ਇੱਕ ਚੱਲ ਰਹੀ ਹੈ ਉਸ ਨੂੰ ਆਪਾਂ ਉਹਨੂੰ ਬ੍ਰੇਕ ਕਰਨ ਲਈ ਬਹੁਤ ਵੱਡੇ ਹੰਗਾਮੀ ਮਤਲਬ ਡਿਸੀਜਨ ਲੈਣੇ ਪੈਣਗੇ। ਉਸ ਟ੍ਰੈਡੀਸ਼ਨ ਨੂੰ ਬ੍ਰੇਕ ਕਰਨ ਲਈ ਉਹ ਗੁਰੂ ਕਾਲ ਤੋਂ ਇੱਕ ਕਿਸਮ ਦੀ ਉੱਥੇ ਦੀ ਮਰਿਆਦਾ ਜਿਹੜੀ ਆ ਉਹ ਡਿਵੈਲਪ ਹੋਈ ਹੈ। ਉਹਦੇ ਵਿੱਚ ਸਵੇਰੇ 2 ਵਜੇ ਦੇ ਕਿੱਥੋਂ ਆਏਗੀ, ਅਰਦਾਸ ਕਿਸ ਟਾਈਮ ਹੋਏਗੀ, ਚੌਂਕੀਆਂ ਹੈਗੀਆਂ ਇਹ ਉਹ, ਉਹਨਾਂ ਨੂੰ ਬ੍ਰੇਕ ਕਰਨਾ ਮਤਲਬ ਉਸ ਟ੍ਰੈਡੀਸ਼ਨ ਨੂੰ ਬ੍ਰੇਕ ਕਰਨਾ, ਉਹਨੂੰ ਓਵਰ ਰੂਲ ਕਰਨਾ ਉਹ ਐਡਾ ਸੌਖਾ ਨਹੀਂ ਹੈ। ਉਹਨੂੰ ਪੂਰੇ ਸਿੱਖ ਜਗਤ ਨੂੰ ਕੰਸੈਂਸਸ ਉਹਦੀ ਬਣਾਉਣੀ ਪਏਗੀ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਕਿ ਤੁਸੀਂ ਉਹਨੂੰ ਡਿਸਟਰਬ ਨਾ ਕਰੋ ਜੀ।
ਕਿ ਸਵੇਰੇ 2 ਵਜੇ ਆ ਕੇ ਉੱਥੇ ਅੰਦਰ ਇਸ਼ਨਾਨ ਦੀ ਸੇਵਾ ਹੈਗੀ ਹੈ, ਪਾਣੀ ਦੇ ਨਾਲ ਕਰਨੀ ਹੈ, ਔਰ ਇਹ ਉਹ ਇਸ ਤਰੀਕੇ ਦਾ ਬਹੁਤ ਜੀ ਇਸ਼ੂਜ਼ ਹੈਗੇ ਆ। ਤੇ ਉਹਦੇ ਕਰਕੇ ਮੈਂ ਸਮਝਦਾ, ਬਾਕੀ ਜਿਹੜੀ ਡਿਸਕ੍ਰਿਮੀਨੇਸ਼ਨ ਵਾਲੀ ਗੱਲ, ਸਿੱਖ ਜਗਤ ਦੇ ਵਿੱਚ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੈ, ਰਾਦਰ ਉਹਨਾਂ ਨੂੰ ਅਪਰ ਪੈਡਸਟਲ ਤੇ ਹੀ ਰੱਖਿਆ ਗਿਆ ਬੀਬੀਆਂ ਨੂੰ, ਤੇ ਇਹ ਐਸੀ ਕੋਈ ਗੱਲ ਮੈਂ ਨਹੀਂ ਸਮਝਦਾ ਕੋਈ ਹੈਗੀ ਹੈ ਜੀ। ਆਉਣ ਵਾਲੇ ਦਿਨਾਂ 'ਚ ਕਿੱਦਾਂ ਦੇ ਡਿਸੀਜਨਸ ਤੁਸੀਂ ਦੇਖ ਰਹੇ ਹੋ, ਕਿਵੇਂ ਦੀ ਦਿਸ਼ਾ ਦੇਖ ਰਹੇ ਹੋ ਸਾਰੀ, ਕਿਉਂਕਿ ਚੇਂਜ ਆਇਆ, ਡੈਫੀਨੇਟਲੀ ਕੋਈ ਨਵਾਂ ਨਹੀਂ ਉਸੇ ਤਨਖਾਹ ਤੇ ਕੰਮ ਕਰਨਗੇ ਜੀ, ਉੱਦਾਂ ਦੇ ਡਿਸੀਜਨ ਆਉਣਗੇ। ਉਹ ਜ਼ੋਰ ਮਾਰੇਗਾ ਇਹ ਵੀ ਕਿ ਵੀ ਮੈਂ ਕਿਸੇ ਤਰੀਕੇ ਨਾਲ ਬਾਦਲ ਕਲੈਨ ਨੂੰ ਖੜਾ ਕਰਦਾ ਦੁਬਾਰਾ ਪਬਲਿਕ ਦੇ ਵਿੱਚ, ਕਿਉਂਕਿ ਅੱਜ ਦੇਖੋ ਜੇ ਤਾਂ ਆਪਾਂ ਅਕਾਲੀ ਦਲ ਦੀ ਹਿਸਟਰੀ ਦੇਖਦੇ ਹਾਂ ਤੇ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਵਿਧਾਨ ਸਭਾ ਦੇ ਵਿੱਚ ਅਪੋਜੀਸ਼ਨ 'ਚ ਵੀ ਨਹੀਂ ਹੈ। ਇੰਨੀ ਜ਼ਿਆਦਾ ਮਤਲਬ ਰਿਜੈਕਸ਼ਨ ਹੋ ਚੁੱਕੀ ਹੈ ਕਿ ਪਬਲਿਕ ਉਹਨਾਂ ਨੂੰ ਬਿਲਕੁਲ ਅਪੋਜੀਸ਼ਨ 'ਚ ਬਿਠਾਉਣ ਦੇ ਕਾਬਲ ਵੀ ਨਹੀਂ ਸਮਝ ਰਹੀ, ਤੇ ਉਹ ਕਿੰਨੀ ਦੇਰ ਕਿੰਨਾ ਚੱਕ ਲੈਣਗੇ। ਇਸ ਚੀਜ਼ ਨਾਲ ਮੈਂ ਨਹੀਂ ਸਮਝਦਾ ਕਿ ਕੋਈ ਵੱਡੀ ਚੇਂਜ ਆਏਗੀ। ਇਹ ਸੈਲਫ ਗੋਲ ਹੀ ਮੈਂ ਸਮਝਦਾ ਉਹਨਾਂ ਨੇ ਕੀਤਾ। ਥੋੜਾ ਜਿਹਾ ਆਪਾਂ ਪੋਲਿਟਿਕਸ ਵੱਲ ਵੀ ਦੇਖ ਲੈਂਦੇ ਹਾਂ ਇਸ ਚੋਂ ਨਿਕਲ ਕੇ। ਜੇ ਅਕਾਲੀ ਦਲ ਦੀ ਗੱਲ ਆਈ ਗਈ ਹੈ ਤੇ ਅਕਾਲੀ ਦਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਕੋਈ ਅਲਾਈਅੰਸ ਕਿਸੇ ਤਰੀਕੇ ਦਾ ਕਿਸੇ ਹੋਰ ਪਾਰਟੀ ਨਾਲ ਵੀ ਹੋ ਸਕਦਾ ਹੈ? ਕਿਉਂਕਿ ਨਾ ਕਰਦੇ ਹਜੇ ਵੀ ਉਹਨਾਂ ਦੇ ਭਾਈਵਾਲ ਪਾਰਟੀ ਜਿਹੜੀ ਹੈਗੀ ਹੈ, ਜਿਹੜੀ ਪਹਿਲੇ ਕਦੀ ਰਹੀ ਸੀਗੀ ਭਾਰਤੀ ਜਨਤਾ ਪਾਰਟੀ, ਉਹ ਬਾਰ-ਬਾਰ ਜਿਹੜੇ ਆਉਣ ਵਾਲੇ ਇਲੈਕਸ਼ਨਸ ਦੇ ਵੱਲ ਦੇਖ ਰਹੇ ਨੇ, ਚਾਹੇ ਉਹ ਆਉਣ ਵਾਲੇ ਲੋਕ ਸਭਾ ਦੇ ਇਲੈਕਸ਼ਨਸ ਹੋਣ ਜਾਂ ਅੱਗੇ ਦੀ ਉਹਨਾਂ ਦੀ ਇੱਕ ਬਣਤਰ ਹੋਵੇ। ਠੀਕ ਹੈ, ਉਹਨਾਂ ਨੇ ਬੀਐਸਪੀ ਦੇ ਨਾਲ ਇਸ ਟਾਈਮ ਜਿਹੜੀ ਹੈ ਉਹ ਆਪਣਾ ਭਾਈਵਾਲ ਕੀਤਾ ਹੋਇਆ ਹੈ, ਉਹਨਾਂ ਨੇ ਅਲਾਈਅੰਸ ਕੀਤਾ ਹੋਇਆ ਹੈ, ਪਰ ਬਾਵਜੂਦ ਉਸ ਦੇ ਜਿਹੜਾ ਪੋਲੀਟੀਕਲੀ ਉਹ ਇਨਸਟੇਬਿਲਿਟੀ ਕਿਤੇ ਨਾ ਕਿਤੇ ਹਜੇ ਵੀ ਜਿਹੜੀ ਹੈ ਉਹ ਝੋਲ ਜਿਹੜੀ ਹੈ ਹੈਗੀ ਹੈ। ਦੇਖੋ ਨੀਅਰ ਫਿਊਚਰ ਮੈਨੂੰ ਨਹੀਂ ਦਿਖਦਾ ਕਿ ਬਈ ਇਸ ਲੀਡਰਸ਼ਿਪ ਦੇ ਵਿੱਚ ਅਕਾਲੀ ਦਲ ਜਿਹੜਾ ਹੈਗਾ ਉਹ ਕੋਈ ਵੱਡੇ ਮਾਰ ਕੇ ਮਾਰ ਸਕੇਗਾ। ਐਟ ਪ੍ਰੈਜ਼ੈਂਟ ਤਾਂ ਮੈਨੂੰ ਐਂ ਲੱਗਦਾ ਕਿ ਵੀ ਵੱਡੀਆਂ ਪਾਰਟੀਆਂ ਲਈ ਅਕਾਲੀ ਦਲ ਲਾਇਬਿਲਿਟੀ ਹੀ ਹੈ, ਇਸ ਕਰਕੇ ਉਹ ਕੋਈ ਇਹਦੇ ਨਾਲ ਅਲਾਇੰਸ ਨਹੀਂ ਕਰਨਾ ਚਾਹੁੰਦਾ। ਇਸ ਬੈਗੇਜ ਨੂੰ ਕੋਈ ਨਹੀਂ ਚੱਕਣਾ ਚਾਹੁੰਦਾ। ਉਹ ਕਹਿੰਦੇ ਇਹ ਭਾਰ ਆਪਾਂ ਕਿਉਂ ਚੱਕੀਏ। ਇਹ ਪੋਜੀਸ਼ਨ ਬਣੀ ਹੋਈ ਹੈ ਕਿਉਂਕਿ ਸਿੱਖ ਜਗਤ ਦੇ ਵਿੱਚ ਹੀ ਜਦੋਂ ਅਸੈਪਟੇਬਿਲਿਟੀ ਨਹੀਂ ਹੈ ਤਾਂ ਕੋਈ ਕਿਉਂ ਕਰੇਗਾ। ਇਸ ਪੋਜੀਸ਼ਨ ਦੇ ਵਿੱਚ ਮੈਨੂੰ ਕੋਈ ਬ੍ਰਾਈਟ ਫਿਊਚਰ ਨਹੀਂ ਦਿਖਦਾ। ਹਾਂ, ਝੁੰਦਾ ਕਮੇਟੀ ਜ਼ਰੂਰ ਉਹਨਾਂ ਨੇ ਇੱਕ ਬਣਾਈ ਸੀ, ਉਹਦੀਆਂ ਰਿਪੋਰਟਸ ਵੀ ਆਈਆਂ, ਉਹ ਰਿਪੋਰਟਸ ਨੂੰ ਵੀ ਉਹਨਾਂ ਨੇ ਡਸਟਬਿਨ 'ਚ ਸਿੱਟਤਾ। ਤੇ ਇਹੀ ਇੱਕ ਸਾਡੀ ਟ੍ਰੈਜੇਡੀ ਹੈ ਕਿ ਸਾਰਾ ਕੁਝ ਐਕਟਿੰਗ ਹੈ, ਜਥੇਦਾਰ ਵੀ ਐਕਟਿੰਗ ਹੈ, ਪ੍ਰਧਾਨ ਵੀ ਲਿਫਾਫੇ 'ਚੋਂ ਨਿਕਲ ਰਿਹਾ, ਲੇਕਿਨ ਅਕਾਲੀ ਦਲ ਦਾ ਪ੍ਰਧਾਨ ਸਥਿਰ ਹੈ, ਉਹਨੂੰ ਕੋਈ ਨਹੀਂ ਹਟਾ ਸਕਦਾ। ਉਹ ਪੂਰੇ ਅਕਾਲੀ ਦਲ ਨੂੰ ਵੀ ਡਿਸੋਲਵ ਕਰ ਦਿੰਦਾ ਹੈ। ਜੀ ਜਾਓ ਚਿੜੀਓ, ਮਰ ਜਾਓ ਚਿੜੀਓ ਕਰੀ ਜਾਂਦਾ, ਉਹ ਕਰੀ ਜਾ ਬੈਠਾ। ਫਿਰ ਕਿੰਨੀ ਦੇਰ ਅਸੀਂ ਝੱਲਾਂਗੇ, ਬੈਠਾਂਗੇ। ਪਰ ਜਿੱਥੋਂ ਤੱਕ ਗੱਲ ਕਰੀਏ, ਕਈ ਅਕਾਲੀ ਦਲ ਨਿਕਲ ਆਏ ਵਿੱਚੋਂ ਡਿਫਰੈਂਟ ਤਰੀਕੇ ਦੇ ਨਾਲ। ਬੀਬੀ ਜਗੀਰ ਕੌਰ ਨੂੰ ਵੀ ਹੁਣ ਅਲੱਗ ਕੀਤਾ ਗਿਆ। ਉਹ ਵੀ ਜਿਹੜੇ ਨੇ ਜਦੋਂ ਅਕਾਲੀ ਦਲ ਦੇ ਵਿੱਚ ਬੈਠੇ ਹੋਏ ਸੀ ਤਾਂ ਉਹਨਾਂ ਨੂੰ ਡੈਫੀਨੇਟਲੀ ਪਾਰਟੀ ਲਾਈਨ 'ਤੇ ਹੀ ਗੱਲ ਕਰਨੀ ਪੈਂਦੀ ਸੀ, ਪਰ ਉਹਦੇ ਬਾਹਰ ਜਾ ਕੇ ਉਹਨਾਂ ਨੇ ਡਿਫਰੈਂਟ ਤਰੀਕੇ ਦਾ ਆਪਣਾ ਇੱਕ ਟਰੈਕ ਵੀ ਲਿੱਤਾ ਹੈਗਾ ਔਰ ਉਹ ਕਈ ਤਰ੍ਹਾਂ ਦੀ ਕੋਸ਼ਿਸ਼ਾਂ ਕਰ ਰਹੇ। ਜਦੋਂ ਅਸੀਂ ਪਿਛਲੀ ਵਾਰੀ ਉਹਨਾਂ ਨਾਲ ਗੱਲਬਾਤ ਕੀਤੀ ਸੀ, ਇੰਟਰਵਿਊ ਕੀਤੀ, ਤੇ ਉਹਨਾਂ ਨੂੰ ਅਸੀਂ ਪੁੱਛਿਆ ਸੀ ਕਿ ਜੇ ਕਿਸੇ ਪਾਰਟੀ ਦੇ ਨਾਲ, ਖਾਸ ਕਰਕੇ ਤੁਸੀਂ ਵੀ ਅਕਾਲੀ ਦਲ 'ਚ ਸੀਗੇ ਔਰ ਉਦੋਂ ਤੁਹਾਡੀ ਭਾਈਵਾਲ ਪਾਰਟੀ ਜਿਹੜੀ ਸੀਗੀ ਉਹ ਭਾਜਪਾ ਸੀਗੀ, ਹੁਣ ਕਿਸੇ ਲੈਵਲ 'ਤੇ ਜਾ ਕੇ ਜੇ ਤੁਹਾਨੂੰ ਕੋਈ ਅਲਾਇੰਸ ਕਰਨਾ ਪਵੇ ਜਾਂ ਕੋਈ ਐਸੀ ਤੁਸੀਂ ਨਵਾਂ ਗਰੁੱਪ ਬਣਾਓਗੇ ਤੇ ਉਹ ਕਹਿੰਦੇ ਸੀ ਅਕਾਲੀ ਦਲ ਹੀ ਬਣਾਵਾਂਗੇ, ਜੇ ਕੋਈ ਨਵੀਂ ਵੀ ਬਣਤਰ ਕਰਾਂਗੇ। ਡੈਫੀਨੇਟਲੀ ਢੀਂਡਸਾ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਸਹਿਮਤੀ ਦੇ ਵਿੱਚ ਹੈਗੇ ਨੇ। ਤੁਸੀਂ ਦੇਖਦੇ ਹੋ ਵੀ ਇਸ ਤਰ੍ਹਾਂ ਦਾ ਕੁਝ ਨਵਾਂ ਸਿਨੈਰੀਓ ਜਿਹੜਾ ਉੱਭਰ ਸਕਦਾ ਹੈ, ਖਾਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ? ਔਰ ਐਸਜੀਪੀਸੀ ਤੇ ਵੀ ਡੈਫੀਨੇਟਲੀ, ਕਿਉਂਕਿ ਹੋਲਡ ਕਾਫੀ ਰਿਹਾ, ਸਾਬਕਾ ਪ੍ਰਧਾਨ ਰਹੇ ਨੇ ਬੀਬੀ ਜਗੀਰ ਕੌਰ। ਦੇਖੋ ਇਹ ਚੀਜ਼ਾਂ ਅਜੇ ਕਹਿਣੀਆਂ ਬੜੀਆਂ ਔਖੀਆਂ। ਇਹ ਚੀਜ਼ਾਂ ਬਾਈ ਦੀ ਐਂਡ ਆਫ ਦਿਸ ਈਅਰ ਥੋੜ੍ਹਾ ਇਹਦੇ 'ਚ ਸ਼ੇਪ 'ਚ ਕੁਛ ਆ ਸਕਦੀਆਂ। ਕਿਵੇਂ ਆਉਣਗੀਆਂ ਆਫਟਰ ਨਵੰਬਰ ਜਨਰਲ ਇਲੈਕਸ਼ਨ ਜਦੋਂ ਐਸਜੀਪੀਸੀ ਦੀ ਹੋਏਗੀ, ਉਸ ਤੋਂ ਬਾਅਦ ਕੁਛ ਇਹਦੇ 'ਚ ਜੇ ਆਪਾਂ ਚੇਂਜ ਦੇਖ ਪਾਵਾਂਗੇ ਤਾਂ ਮੈਂ ਸਮਝਦਾ ਚੰਗੀ ਗੱਲ ਹੋਏਗੀ, ਨਹੀਂ ਤਾਂ ਇਹ ਇਸੇ ਤਰੀਕੇ ਦੇ ਨਾਲ ਇਹ ਫਰੈਗਮੈਂਟੇਸ਼ਨ ਰਹੇਗੀ। ਜੀ, ਔਰ ਤੁਸੀਂ ਪੂਰਾ ਪੰਜਾਬ ਨੂੰ ਇਸ ਟਾਈਮ ਕਿੱਥੇ ਖੜਾ ਦੇਖ ਰਹੇ ਹੋ? ਕਿਉਂਕਿ ਜੇ ਆਪਾਂ ਸਿੱਖ ਜਗਤ ਦੀ ਕਰ ਲਈਏ, ਉਹਦੇ ਬਾਅਦ ਜੇ ਅਸੀਂ ਅਕਾਲੀ ਦਲ ਦੇ ਟੁੱਟ ਭੱਜ ਦੀ ਗੱਲ ਕਰ ਲਈਏ, ਕਾਫੀ ਵਿੱਚੋਂ ਮਤਲਬ ਕਿ ਚੰਗੇ ਜਿਹੜੇ ਲੀਡਰ ਸੀ, ਡਿਫਰੈਂਟ ਲੀਡਰ ਸੀ, ਆਪਣੀ ਆਈਡੀਓਲੋਜੀਜ਼ ਲੈ ਕੇ ਬਾਹਰ ਹੋ ਜਾਂਦੇ ਹੈ। ਉਹਦੇ ਬਾਅਦ ਹੁਣ ਇੱਕ ਪਰਟੀਕੂਲਰ ਤਰੀਕੇ ਦੇ ਨਾਲ ਅਕਾਲੀ ਦਲ ਜਿਹੜੇ, ਔਰ ਖਾਸ ਕਰਕੇ ਜਿਹੜੇ ਉਹਨਾਂ ਦੇ ਮੋਢੀ ਸੀਗੇ ਪ੍ਰਕਾਸ਼ ਸਿੰਘ ਬਾਦਲ, ਉਹ ਇਸ ਦੁਨੀਆ 'ਚ ਹੁਣ ਨਹੀਂ ਰਹੇ। ਉਹਨਾਂ ਕਰਕੇ ਵੀ ਕਿਤੇ ਨਾ ਕਿਤੇ ਇਹ ਗੱਲ ਕਹੀ ਜਾਂਦੀ ਸੀ ਕਿ ਉਹ ਸੀਜ਼ਨਡ ਪੋਲੀਟੀਸ਼ੀਅਨ ਰਹੇ ਨੇ, ਤੇ ਉਹਨਾਂ ਦੇ ਕਰਕੇ ਵੀ ਜਿਹੜਾ ਕਾਫੀ ਹੱਦ ਤੱਕ ਜਿਹੜਾ ਕਿ ਉਹਨੂੰ ਕਹਿ ਸਕਦੇ ਨਾ ਘਰ ਵੱਜਣ ਦੀ ਗੱਲ ਹੈਗੀ ਹੈ, ਉਹ ਵੱਜਿਆ ਹੋਇਆ ਸੀਗਾ। ਦੇਖੋ ਪੰਜਾਬ ਦੀ ਤੁਸੀਂ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਦੋ ਹੀ ਪਾਰਟੀਆਂ ਟ੍ਰੈਡੀਸ਼ਨਲੀ ਸੀਗੀਆਂ, ਇੱਕ ਕਾਂਗਰਸ ਸੀ, ਇੱਕ ਅਕਾਲੀ ਦਲ ਸੀਗੀ ਜੀ। ਤੇ ਕਿਸਾਨਾਂ ਦੀ ਪਾਰਟੀ ਅਕਾਲੀ ਦਲ ਨੂੰ ਮੰਨਿਆ ਜਾਂਦਾ ਸੀ। ਹਾਂਜੀ। ਤੇ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਚੱਲੀ, 1 ਸਾਲ ਦਿੱਲੀ ਦੀ ਬਰੂਹਾਂ ਤੇ ਉਹ ਕਿਸਾਨ ਮੂਵਮੈਂਟ ਮੋਰਚਾ ਲਾ ਕੇ ਬੈਠੀ ਰਹੀ ਜੀ ਜੀ। ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਸ ਕਿਸਾਨ ਮੂਵਮੈਂਟ ਦੇ ਵਿੱਚ ਅਕਾਲੀ ਦਲ ਨੂੰ ਸਟੇਜ ਤੇ ਚੜ੍ਹਨ ਲਈ ਵੀ ਬੜੀ
ਔਖ ਹੁੰਦੀ ਸੀ। ਉਹ ਅਸੈਪਟ ਨਹੀਂ ਸੀ ਕਰਦੇ ਕਿ ਬਈ ਇਹ ਬੰਦੇ ਆ ਕੇ ਸਾਡੀ ਸਟੇਜ ਤੇ ਬੈਠਣ। ਔਰ ਅਕਾਲੀ ਦਲ ਨੇ ਪਹਿਲਾਂ ਉਹਨਾਂ ਦੇ ਐਂਟੀ ਵੀ ਸਟੈਂਡ ਲਿਆ। ਸੋ ਇਹ ਚੀਜ਼ਾਂ ਜਦੋਂ ਪਬਲਿਕ ਡੋਮੇਨ ਦੇ ਵਿੱਚ ਹੈਗੀਆਂ, ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਘਰ ਕੀਤੀ ਹੋਈ ਹੈ ਕਿ ਵੀ ਇਹ ਬੰਦਿਆਂ ਨੇ ਦਿੱਲੀ ਦਰਬਾਰ ਦੇ ਨਾਲ ਰਲ ਕੇ ਐਕਟਸ ਦੀ ਜਿਹੜੇ ਫਾਰਮਿੰਗ ਐਕਟ ਸੀਗੇ ਉਹਦਾ ਸਮਰਥਨ ਕੀਤਾ, ਸਾਡੇ ਖਿਲਾਫ ਬੋਲੇ ਆ, ਪ੍ਰੈਸ਼ਰ ਦੇ ਵਿੱਚ ਆ ਕੇ ਜ਼ਰੂਰ ਇਹਨਾਂ ਨੇ ਸਾਡਾ ਸਾਥ ਦਿੱਤਾ। ਇਹ ਤਾਂ ਪਬਲਿਕ ਜਾਣਦੀ ਹੈ। ਹੁਣ ਮੈਂ ਕਹੀ ਜਾਵਾਂ ਕਿ ਜੀ ਮੈਂ ਤੁਹਾਡੇ ਨਾਲ ਪਬਲਿਕ ਵੀ ਤਾਂ ਕਹੇ ਬਈ ਅਸੀਂ ਤੁਹਾਨੂੰ ਅਸੈਪਟ ਕਰ ਰਹੇ ਹਾਂ, ਉਹ ਅਸੈਪਟ ਕਰਦੀ ਦਿਖ ਨਹੀਂ ਰਹੀ। ਸੋ ਇਹ ਜਿੰਨਾ ਮਰਜ਼ੀ ਕਹੀ ਜਾਣ ਕਿ ਜੀ ਅਸੀਂ ਬੜੇ ਫਾਰਮਰ ਹਤੈਸ਼ੀ ਹੈਗੇ, ਪਰ ਫਾਰਮਰ ਤਾਂ 1 ਸਾਲ ਉੱਥੇ ਲੜਿਆ ਤੇ ਤੁਹਾਨੂੰ ਸਟੇਜ ਤੇ ਨਹੀਂ ਚੜ੍ਹਨ ਦਿੱਤਾ ਉਹਨਾਂ ਨੇ। ਤੇ ਇਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਕਿੱਧਰ ਜਾਏਗਾ, ਕਿੰਨੀ ਅਸੈਪਟੇਬਿਲਿਟੀ ਬਣਾ ਪਾਏਗਾ, ਇਹ ਬਹੁਤ ਵੱਡਾ ਕੁਐਸਚਨ ਮਾਰਕ ਇਹਨਾਂ ਤੇ ਲੱਗਿਆ ਹੋਇਆ। ਜਿੱਥੋਂ ਤੱਕ ਕਿਹਾ ਜਾਂਦਾ ਹੈ ਕਿ ਕਿਸੇ ਵੀ ਸਟੇਟ ਦਾ ਖਾਸ ਕਰਕੇ ਰੀਜਨਲ ਪਾਰਟੀ ਜਿਹੜੀ ਹੈਗੀ ਉਹ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੁੰਦੀ ਹੈ। ਕੋਈ ਰੀਜਨਲ ਪਾਰਟੀ ਹਰ ਇੱਕ ਸਟੇਟ ਦੀਆਂ, ਕਿਉਂਕਿ ਖਾਸ ਕਰਕੇ ਜੇ ਆਪਾਂ ਭਾਰਤ ਦੀ ਗੱਲ ਕਰੀਏ, ਭਾਰਤ ਦੇ ਵਿੱਚ ਡਿਫਰੈਂਟ ਸਟੇਟਸ ਨੇ, ਉਹਨਾਂ ਦੀ ਆਪਣੀਆਂ ਆਈਡੀਓਲੋਜੀਜ਼ ਨੇ, ਕਲਚਰਸ ਨੇ, ਆਪਣੇ ਉਹਨਾਂ ਦੇ ਫੇਥਸ ਨੇ ਡਿਫਰੈਂਟ। ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਰੀਜਨਲ ਪਾਰਟੀ ਜਿਹੜੀ ਹੈਗੀ ਉਹ ਉੱਥੋਂ ਦੇ ਸੂਬੇ ਦੇ, ਉਸ ਖੇਤਰ ਦੇ, ਉਸ ਦੇ ਖਿੱਤੇ ਦੇ ਜਿਹੜੇ ਇਸ਼ੂਜ਼ ਨੇ ਉਹਨੂੰ ਪ੍ਰੋਪਰਲੀ ਜ਼ਿਆਦਾ ਜਾਣਦੀ ਹੈ, ਡੈਫੀਨੇਟਲੀ ਜ਼ਿਆਦਾ ਬੁਲੰਦ ਆਵਾਜ਼ ਕਰ ਸਕਦੀ ਹੈ ਔਰ ਪਾਰਲੀਮੈਂਟ 'ਚ ਜ਼ਿਆਦਾ ਚੰਗੀ ਤਰ੍ਹਾਂ ਚੱਕ ਸਕਦੀ ਹੈ। ਇਹ ਗੱਲਾਂ ਤੁਰੀਆਂ ਵੀ ਰਹੀਆਂ ਔਰ ਕਾਫੀ ਹੱਦ ਤੱਕ ਠੀਕ ਵੀ ਲੱਗਦੀਆਂ ਜੇ ਪਿਛਲੇ ਪੂਰੀ ਹਿਸਟਰੀ ਨੂੰ ਦੇਖੀਏ ਤਾਂ। ਪਰ ਬਾਵਜੂਦ ਉਸ ਦੇ ਪੰਥਕ ਇਸ਼ੂ, ਕਿਉਂਕਿ ਪੰਜਾਬ ਦੀ ਜਿਹੜੀ ਇੱਕ ਰਿਵਾਇਤ ਵੀ ਔਰ ਉਹਦਾ ਕਲਚਰ ਵੀ ਔਰ ਉਹਦਾ ਸਾਰਾ ਰੂਪ ਰੇਖਾ ਵੀ ਡਿਫਰੈਂਟ ਰਹੀ ਹੈਗੀ ਹੈ। ਧਾੜਵੀਆਂ ਦੇ ਹਮੇਸ਼ਾ ਅੱਡੇ ਚੜ੍ਹਿਆ ਰਿਹਾ ਪੰਜਾਬ, ਬਹੁਤ ਔਖਾ ਇਹਨੂੰ ਬਚਾ ਕੇ ਰੱਖਿਆ ਗਿਆ, ਬਾਰਡਰ ਸਟੇਟ ਹੈਗਾ। ਇਸ ਸਭ ਦੇ ਬਾਵਜੂਦ ਜਿਹੜਾ ਉਹ ਇੱਕ ਕਾਲਾ ਦੌਰ ਹੰਢਾਇਆ ਗਿਆ, ਬਹੁਤ ਕੁਝ ਹੋਇਆ, ਤਸ਼ੱਦਦ ਹੋਇਆ ਪੰਜਾਬ ਤੇ ਔਰ ਬਾਰ-ਬਾਰ ਇਹ ਚੀਜ਼ ਦਰਜ ਵੀ ਕੀਤੀ ਗਈ ਹੈ। ਬਾਵਜੂਦ ਉਸ ਚੀਜ਼ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੀ ਚੇਂਜਸ ਲਗਾਤਾਰ ਆ ਰਹੀਆਂ ਨੇ, ਤੁਹਾਨੂੰ ਕਿਵੇਂ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਰੂਪਰੇਖਾ ਕੀ ਲਏਗਾ? ਦੇਖੋ, ਬੜਾ ਤੁਸੀਂ ਸੈਂਸਿਟਿਵ ਇਸ਼ੂ ਨੂੰ ਟੱਚ ਕਰ ਰਹੇ ਹੋ। ਟ੍ਰੈਡੀਸ਼ਨਲੀ ਜੇ ਅਸੀਂ ਦੇਖੀਏ ਤਾਂ ਪੰਜਾਬ ਮਤਲਬ ਬੈਟਲ ਗਰਾਊਂਡ ਹੀ ਰਿਹਾ ਹੈ ਜੀ। ਉਹ ਭਾਵੇਂ ਆਪਾਂ ਈਰਾਨ ਤੋਂ ਲਾ ਲਈਏ, ਅਫਗਾਨਿਸਤਾਨ ਤੋਂ ਲਾ ਲਈਏ ਜਾਂ ਸੈਂਟਰਲ ਏਸ਼ੀਆ ਤੋਂ ਲਾ ਲਈਏ, ਧਾੜਵੀ ਇੱਥੇ ਆਉਂਦੇ ਰਹੇ ਹੈਗੇ ਆ ਅਤੇ ਪੰਜਾਬ ਨੂੰ ਦਰੜ ਕੇ ਉਹ ਦਿੱਲੀ ਤੱਕ ਜਾਂਦੇ ਰਹੇ ਆ, ਆਗਰਾ ਤੱਕ, ਮਥੁਰਾ ਤੱਕ, ਈਵਨ ਡੀਪ ਇੰਡੀਆ 'ਚ ਗਵਾਲੀਅਰ ਤੱਕ ਵੀ ਧਾੜਵੀ ਜਿਹੜੇ ਆ ਚਲੇ ਗਏ ਆ। ਸੋਮਨਾਥ ਦੇ ਮੰਦਿਰ ਤੱਕ ਉਹਨਾਂ ਨੇ ਲੁੱਟਿਆ, ਵੈਲਥ ਬੜੀ ਲੁੱਟੀ ਆ ਉਹਨਾਂ ਨੇ। ਅਤੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਵੀ ਉਸ ਇੱਕ ਬਫਰ ਜਿਹੜਾ ਇੱਕ ਸ਼ੀਲਡ ਸੀਗੀ, ਉਸ ਨੂੰ ਸਬਡਿਊ ਕਰਨ ਲਈ ਅੱਜ ਦੀ ਦਿੱਲੀ ਵੀ ਉਨਾ ਹੀ ਜ਼ੋਰ ਨਾਲ ਲੱਗੀ ਹੋਈ ਹੈ। ਇਸ ਦੇ ਬੜੇ ਦੂਰਗਾਮੀ ਸਿੱਟੇ ਨਿਕਲਣਗੇ ਜਦੋਂ ਵੀ ਕਦੀ ਟਰਨ ਆਫ ਇਵੈਂਟਸ ਹੋਣਗੇ। ਅਤੇ ਇਹ ਕੀ ਪੰਜਾਬ ਉਸ ਫੋਰਸ ਦੇ ਨਾਲ ਉਸ ਨੂੰ ਰਿਪੈਲ ਕਰ ਪਾਏਗਾ? ਕਿਉਂਕਿ ਉਹ ਸਾਈਕੀ ਤਾਂ ਖਤਮ ਕਰਤੀ ਨਾ, ਉਹਨੂੰ ਤਾਂ ਮਾਰ ਦਿੱਤਾ ਗਿਆ। ਉਹ ਜਿਹੜੀ ਸਪਿਰਿਟ ਜਿਹੜੀ ਉਹ ਧਾੜਵੀਆਂ ਦੇ ਖਿਲਾਫ ਖੜਦੀ ਸੀ, ਉਸ ਨੂੰ ਤਾਂ ਤੁਸੀਂ ਓਵਰ ਰਨ ਕਰਤਾ। ਹੁਣ ਉਹ ਉਸ ਸਿਨੈਰੀਓ ਦੇ ਵਿੱਚ ਕਿਵੇਂ ਇਹ ਚੀਜ਼ ਸਾਰੀ ਉੱਭਰੇਗੀ, ਇਹਦੇ ਤੇ ਮਤਲਬ ਮੈਂ ਸਮਝਦਾ ਕਿ ਗੁੱਡ ਸੈਂਸ ਪ੍ਰਵੇਲ ਕਰੇ ਅਤੇ ਅਜੇ ਵੀ ਉਹ ਸਮਝ ਜਾਣ ਅਤੇ ਇਸ ਨੂੰ ਜ਼ਿਆਦਾ ਹੌਬਨੋਬਿੰਗ ਨਾ ਕਰਨ। ਇੱਥੇ ਜਿਹੜਾ ਮਤਲਬ ਗੁਰੂ ਕਾਲ ਤੋਂ ਜਿਹੜਾ ਇੱਕ ਨਵਾਂ ਰੈਵੋਲੂਸ਼ਨ ਜਿਹੜਾ ਚੱਲਿਆ ਸੀ, ਜਿਹੜੀ ਇੱਕ ਨਵੀਂ ਸਾਈਕੀ ਖੜੀ ਕੀਤੀ ਗਈ ਸੀ, ਉਸ ਨੂੰ ਸਟਰੈਂਥਨ ਕਰਨ ਦੀ ਲੋੜ ਹੈ, ਉਸ ਨੂੰ ਮਾਰਨ ਦੀ ਲੋੜ ਨਹੀਂ ਹੈ। ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਸ ਨੂੰ ਮਾਰਿਆ ਜਾ ਰਿਹਾ। ਅਤੇ ਇਹ ਜਿਹੜੀ SGPC ਹੁਣ ਡਿਵੈਲਪ ਕਰ ਰਹੀ ਹੈ, ਇਹ ਵੀ ਉਸੇ ਕੜੀ ਦੇ ਵਿੱਚ ਜਾ ਰਹੇ ਹੈ। ਸਿੱਖ ਜਗਤ ਦੀ ਆਵਾਜ਼ ਕੌਣ ਚੁੱਕੇਗਾ ਫਿਰ? ਦੇਖੋ, ਵੈਸੇ ਤਾਂ ਗੁਰੂ ਮਹਾਰਾਜ ਨੇ ਖਾਲਸੇ ਨੂੰ ਇੰਨਾ ਕੁ ਸੈਲਫ ਰਿਲਾਇੰਟ ਬਣਾਇਆ ਹੈ ਕਿ ਵੀ ਉਹ ਇਕੱਲਾ ਵੀ ਖੜਾ ਹੋਏਗਾ ਤੇ ਉਹ ਬੋਲੀ ਜਾਏਗਾ। ਉਹ 1.25 ਲੱਖ ਉਹ ਬੋਲਦਾ ਰਹੇਗਾ, 1.25 ਲੱਖ ਦੇ ਅੱਗੇ ਖੜਾ ਰਹੇਗਾ। ਹੁਣ ਮੈਂ ਤੁਹਾਡੇ ਸਾਹਮਣੇ ਬੋਲ ਹੀ ਰਿਹਾ ਨਾ, ਮੈਨੂੰ ਪਤਾ ਮੈਂ ਕਿਹਨਾਂ ਦੇ ਖਿਲਾਫ ਬੋਲ ਰਿਹਾ। ਮੈਂ ਇੱਦਾਂ ਨਹੀਂ ਹੈ ਕਿ ਮੈਨੂੰ ਸਮਝ ਨਹੀਂ ਹੈ ਕਿ ਮੈਂ ਕਿਹਨਾਂ ਦੇ ਖਿਲਾਫ ਬੋਲ ਰਿਹਾ। ਮੈਨੂੰ ਪਤਾ ਉਹਨਾਂ ਦਾ ਕਿੰਨਾ ਮੈਗਨੀਟਿਊਡ, ਕਿੰਨੀ ਉਹਨਾਂ ਦੀ ਉਹ ਹੈ, ਮੈਨੂੰ ਸਭ ਕੁਝ ਪਤਾ। ਲੇਕਿਨ ਮੈਂ ਗੁਰੂ ਦੇ ਆਸਰੇ ਬੋਲ ਰਿਹਾ ਕਿ ਜੇ ਮੈਂ ਨਹੀਂ ਬੋਲਾਂਗਾ ਕੋਈ ਫਾਇਦਾ ਨਹੀਂ। ਮੈਂ ਦਾੜਾ ਰੱਖਿਆ ਤੇ ਮੈਂ ਬੋਝ ਲੱਦਿਆ, ਮੈਂ ਮਰਨਾ ਤਾਂ ਹੈ ਹੀ ਹੈ, ਇੱਕ ਦਿਨ ਮਾਰ ਦੇਣਗੇ ਨਾ ਵੱਧ ਤੋਂ ਵੱਧ, ਇਸ ਤੋਂ ਇਲਾਵਾ ਕੁਛ ਨਹੀਂ ਹੈ। ਸੋ ਇਹ ਸਪਿਰਿਟ ਨੂੰ ਜੇ ਮਾਰੇਗੀ ਦਿੱਲੀ ਤੇ ਦਿੱਲੀ ਖੁਦ ਖਤਾ ਖਾ ਜਾਏਗੀ, ਨਹੀਂ ਤਾਂ ਫਿਰ ਖਾਲਸਾ ਖੜਾ ਹੀ ਹੈ ਉਹਨਾਂ ਨੂੰ ਚੱਲਣ ਲਈ। ਸੋ ਮੇਰੀ ਤਾਂ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਇਸ ਸਪਿਰਿਟ ਨੂੰ ਤੁਸੀਂ ਨਾ ਮਾਰੋ, ਇਸ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ। ਪੰਥਕ ਪਾਰਟੀ, ਪੰਥਕ ਜਿਹੜਾ ਏਜੰਡੇ ਤੇ ਪੰਥਕ ਸ਼ਬਦ ਐਟ ਪ੍ਰੈਜ਼ੈਂਟ ਇਹਨਾਂ ਸਾਰੇ ਹਾਲਾਤਾਂ 'ਚ, ਇਹ ਸਾਰੀਆਂ ਜਿਹੜੇ ਨਵੇਂ ਟਰਨਸ ਆ ਰਹੇ ਨੇ, ਜਿੱਧਰ ਨੂੰ ਤੁਰਿਆ ਹੋਇਆ ਸਾਰਾ ਸਿਸਟਮ, ਇਹ ਜਿਹੜਾ ਸਮਾਂ ਹੈਗਾ, ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਇਸ ਵੇਲੇ ਤਾਂ ਪੰਥਕ ਪੰਥਕ ਲੀਡਰਸ਼ਿਪ ਦੀ ਮੈਂ ਗੱਲ ਕਰਾਂ, ਪੰਥ ਦੀ ਨਹੀਂ ਮੈਂ ਗੱਲ ਕਰਦਾ। ਪੰਥ ਦੇ ਵਿੱਚ ਤਾਂ ਪਤਾ ਨਹੀਂ ਕਿਹੜੇ ਨੇ ਕਦੋਂ ਕੀ ਕਰ ਦੇਣਾ। ਪੰਥਕ ਲੀਡਰਸ਼ਿਪ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਡਿਸਅਪੁਆਇੰਟਿੰਗ ਹੈਗੀ ਹੈ ਪੰਥ ਦੇ ਲਈ। ਅਤੇ ਕਦੋਂ ਇਹਦੇ ਵਿੱਚ ਚੇਂਜ ਆਏਗੀ
ਇਹ ਅਜੇ ਕਹਿਣਾ ਬੜਾ ਔਖਾ ਹੈ, ਕਿਉਂਕਿ ਇੱਕ ਸਿਸਟਮ ਐਸਾ ਬਣ ਗਿਆ ਵਿਦ ਦੀ ਪਾਵਰ ਆਫ ਦੀ ਸਟੇਟ, ਵਿਦ ਦੀ ਪਾਵਰ ਆਫ ਦੀ ਕਨਸਟੀਟਿਊਸ਼ਨ। ਇੱਕ ਮਤਲਬ ਮੰਨ ਲਓ ਤੱਕੜੀ ਦਾ ਹੀ ਆਪਾਂ ਲੈ ਲਈਏ, ਚੋਣ ਨਿਸ਼ਾਨ ਦੇ ਉੱਪਰ ਹੀ ਗਲਵਾ ਪਾਇਆ ਹੋਇਆ, ਉਹੀ ਨਹੀਂ ਬੰਦਾ ਇੱਧਰ ਉੱਧਰ ਹੋ ਰਿਹਾ। ਅਤੇ ਉਹ ਕਦੋਂ ਇਹ ਸਾਰਾ ਚੀਜ਼ ਹੋਏਗਾ, ਅਤੇ ਇਹਦੇ 'ਤੇ ਕਹਿਣਾ ਬੜਾ ਔਖਾ। ਲੇਕਿਨ ਮੈਂ ਤਾਂ ਬਸ ਦਿੱਲੀ ਨੂੰ ਹੀ ਮੈਂ ਬੇਨਤੀ ਕਰ ਸਕਦਾ ਕਿ ਤੁਸੀਂ ਸਿੱਖ ਨੂੰ ਨਾ ਮਾਰੋ, ਅਤੇ ਇਹ ਸਿੱਖ ਜਿਹੜਾ ਹੈਗਾ ਖਾਲੀ ਦਿੱਲੀ ਦੀ ਰੱਖਿਆ ਲਈ ਨਹੀਂ ਹੈ, ਪੂਰੀ ਮਾਨਵਤਾ ਦੀ ਰੱਖਿਆ ਲਈ ਹੈਗਾ। ਗੁਰੂ ਮਹਾਰਾਜ ਨੇ ਬਣਾਇਆ, ਇਸ ਨੂੰ ਮਾਰਨਾ ਜਿਹੜਾ ਹੈਗਾ ਇਹ ਤੁਸੀਂ ਸੈਲਫ ਗੋਲ ਕਰ ਜਾਓਗੇ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ। ਅੱਜ ਤੁਸੀਂ ਸਾਡੇ ਨਾਲ ਜੁੜੇ, ਗੱਲਾਂ ਬਾਤਾਂ ਕੀਤੀਆਂ, ਔਰ ਬੜੇ ਸੈਂਸਿਟਿਵ ਇਸ਼ੂ 'ਤੇ ਬੜੀ ਬੇਬਾਕੀ ਨਾਲ ਤੁਸੀਂ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ, ਬਹੁਤ ਬਹੁਤ। ਇਹ ਸਾਡੇ ਨਾਲ ਸੀਗੇ ਅਮਰਿੰਦਰ ਸਿੰਘ, ਜਿਹੜੇ ਕਿ ਫਾਰਮਰ SGPC ਮੈਂਬਰ ਨੇ, ਔਰ ਉਸ ਦੇ ਨਾਲ ਹੀ ਸਿੱਖ ਚਿੰਤਕ ਨੇ। ਹਮੇਸ਼ਾ ਬੜੀ ਬੇਬਾਕੀ ਦੇ ਨਾਲ ਡਿਫਰੈਂਟ ਵਿਸ਼ੇ 'ਤੇ ਜਿਹੜਾ ਆਪਣੇ ਵਿਚਾਰਾਂ ਜਿਹੜੀਆਂ ਉਹ ਰੱਖਦੇ ਨੇ, ਵਿਚਾਰ ਵਟਾਂਦਰਾ ਕਰਦੇ ਨੇ, ਪਰ ਉਸ ਦੇ ਨਾਲ ਹੀ ਸਰਬੱਤ ਦੇ ਭਲੇ ਦੀ ਗੱਲ ਜਿਹੜੀ ਹੈ ਉਹ ਸਿੱਖੀ ਨੇ ਹਮੇਸ਼ਾ ਕੀਤੀ ਹੈ, ਔਰ ਸਰਬੱਤ ਦੇ ਭਲੇ ਦੀ ਗੱਲ ਹੀ ਜਿਹੜੀ ਹੈਗੀ ਹੈ ਉਹ ਸਿੱਖ ਤੇ ਸਿੱਖੀਜ਼ਮ ਦਾ ਸਭ ਤੋਂ ਵੱਡਾ ਟੀਚਾ ਵੀ ਹੈਗਾ, ਅਤੇ ਉਹ ਸਭ ਤੋਂ ਵੱਡਾ ਵਿਚਾਰ ਵੀ ਹੈਗਾ। ਪਰ ਉਸ ਦੇ ਨਾਲ ਨਾਲ ਬਹੁਤ ਡਿਫਰੈਂਟ ਤਰੀਕੇ ਦੇ ਖਾਸ ਕਰਕੇ ਸਿੱਖ ਜਗਤ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਚੱਲੀਆਂ ਨੇ, ਬਹੁਤ ਸਾਰੇ ਈਵੈਂਟਸ ਨੇ, ਹਿਸਟਰੀ ਬਹੁਤ ਜ਼ਿਆਦਾ ਰਿਚ ਵੀ ਹੈਗੀ ਹੈ ਅਤੇ ਟ੍ਰੈਜਿਕ ਵੀ ਹੈਗੀ ਹੈ। ਪਰ ਉਸ ਦੇ ਨਾਲ ਨਾਲ ਜਿਹੜਾ ਆਲਰੇਡੀ ਸਮਾਂ ਜਿਹੜਾ ਬੀਤਦਾ ਜਾ ਰਿਹਾ, ਉਹਦੇ 'ਚ ਨਵੀਆਂ ਜਿਹੜੀਆਂ ਉਹ ਈਵੈਂਟਸ ਹੋਰ ਜਾਂ ਘਟਨਾਵਾਂ ਜਾਂ ਚੀਜ਼ਾਂ ਜਿਹੜੀਆਂ ਉਹ ਉਕੇਰੀਆਂ ਜਾ ਰਹੀਆਂ, ਔਰ ਉਹਦੇ ਵਿੱਚ ਜਿਹੜਾ ਨਵੀਂ ਗੱਲ ਆਈ ਹੈ ਉਹ ਆਈ ਇਹ ਹੈਗੀ ਹੈ ਕਿ ਅਕਾਲ ਤਖਤ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਜਥੇਦਾਰ ਐਕਟਿੰਗ ਜਿਹੜੇ ਸੀਗੇ ਹਰਪ੍ਰੀਤ ਸਿੰਘ, ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ, ਜਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਜਾ ਰਹੀ ਹੈ ਵੀ ਉਹ ਆਪ ਲਾਂਭੇ ਹੋ ਗਏ ਨੇ, ਵੋਲੰਟਰਲੀ ਉਹਨਾਂ ਨੇ ਜਿਹੜਾ ਸਪੇਸ ਛੱਡ ਦਿੱਤੀ ਹੈ, ਅਤੇ ਰਘੁਬੀਰ ਸਿੰਘ ਜਿਹੜੇ ਨੇ ਉਹਨਾਂ ਨੂੰ ਜਥੇਦਾਰ ਥਾਪਿਆ ਗਿਆ। ਇਸ ਸਾਰੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਜਗਤ ਨੂੰ ਕੀ ਮਿਲੇਗਾ, ਕਿਸ ਤਰੀਕੇ ਦਾ ਸਿਨੈਰੀਓ ਬਣਨ ਵਾਲਾ ਹੈ, ਕੀ ਮਤਲਬ ਕਿ ਦੇਖਣ ਨੂੰ ਮਿਲੇਗਾ, ਸੁਣਨ ਨੂੰ ਮਿਲੇਗਾ, ਉਹ ਤਾਂ ਬਾਅਦ ਦੀ ਗੱਲ ਹੈ। ਪਰ ਜਿੱਥੋਂ ਤੱਕ ਚਿੰਤਕਾਂ ਦੀ ਗੱਲ ਕਰੀਏ, ਜਿੱਦਾਂ ਸਾਡੇ ਨਾਲ ਅੱਜ ਸਾਡੇ ਮਹਿਮਾਨ ਅਮਰਿੰਦਰ ਸਿੰਘ ਜੀ ਜੁੜੇ ਸੀਗੇ, ਉਹਨਾਂ ਦਾ ਕਹਿਣਾ ਹੈ ਕਿ ਕੁਝ ਹੈ ਜਿਹੜਾ ਕਿ ਹਜੇ ਵਿਚਾਰਨਯੋਗ ਹੈਗਾ, ਅਤੇ ਉਹਨਾਂ ਨੇ ਬੜੇ ਬੇਬਾਕੀ ਦੇ ਨਾਲ ਆਪਣੀ ਗੱਲ ਰੱਖੀ। ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਮੇਰੇ ਨਾਲ ਮੇਰੇ ਕੈਮਰਾ ਟੀਮ 'ਤੇ ਸੀਗੇ ਸਰਬਜੀਤ, ਮੈਨੂੰ ਤੇ ਮੇਰੇ ਕੈਮਰਾਮੈਨ ਸਰਬਜੀਤ ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ ਕਿਸੇ ਨਵੇਂ ਮਹਿਮਾਨ ਦੇ ਨਾਲ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।